ਵਾਹਿਗੁਰੂ 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 ਵਾਹਿਗੁਰੂ। ਸ੍ਰੀ ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ, ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਗੁਰੂ ਹਰਗੋਬਿੰਦ ਸ਼ੁਭ ਮਤ ਪ੍ਰਕਾਸ਼, ਸ਼ੁਭ ਮਤ ਪ੍ਰਕਾਸ਼ਕ। ਗੁਰੂ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ, ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬਿਸਾਲਾ, ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾਪੁਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਬੰਦੋਂ ਬਾਰ ਬਾਰ ਜਗਦੀਸ਼ਾ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਸ਼ਾਮ ਦੇ ਦੀਵਾਨਾਂ ਦੇ ਅੰਦਰ ਜੋ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਜੀਵਨ ਦੀ ਕਥਾ ਚੱਲ ਰਹੀ ਹੈ, ਉਸ ਨੂੰ ਸ਼ਰਵਣ ਕਰਨ ਦੇ ਲਈ ਸਤ ਸੰਗਤ ਵਿੱਚ ਜੁੜ ਬੈਠੇ ਹੋ। ਕੱਲ ਆਪਾਂ ਇਹ ਸ਼ਰਵਣ ਕੀਤਾ ਸੀ ਸ਼੍ਰੀ ਗੁਰੂ ਮਹਾਰਾਜ ਜੀ ਦੇ ਕੋਲ ਬੜੇ ਸਿੱਖ ਚੱਲ ਕੇ ਆਏ, ਭਾਈ ਮਹੇਸ਼ੇ ਦੀ ਕਹਾਣੀ ਸੁਣੀ, ਉਹਨਾਂ ਦੀ ਕਥਾ ਸੁਣੀ। ਭਾਈ ਮਹੇਸ਼ੇ ਨੂੰ ਮਹਾਰਾਜ ਜੀ ਨੇ ਆਪਣੇ ਦਰੋਂ ਘਰੋਂ ਵਰਸਾਇਆ। ਆਓ ਹੁਣ ਜਿਵੇਂ ਅੱਗੇ ਕਥਾ ਚੱਲਦੀ ਹੈ, ਬੜੇ ਪਿਆਰ ਅਦਬ ਸਤਿਕਾਰ ਦੇ ਨਾਲ ਸ਼ਰਵਣ ਕਰੀਏ। ਕਥਾ ਆਰੰਭ ਕਰਨ ਤੋਂ ਪਹਿਲਾਂ ਗੁਰੂ ਜੀ ਵੱਲੋਂ ਬਖਸ਼ੇ ਹੋਏ ਗੁਰਮੰਤਰ ਨਾਲ ਸਾਂਝ ਪਾਈਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੋਂਦਵਾਲ ਸੋਭਾ ਨਿਰਖ, ਸੇਖਣ ਰਚੇ ਅਨਿਕੇਤ। ਗੋਇੰਦਵਾਲ ਸਾਹਿਬ ਜਿਹੜਾ ਸ਼ਹਿਰ ਮਹਾਰਾਜ ਜੀ ਨੇ ਵਸਾਇਆ ਹੈ, ਉੱਥੋਂ ਦੀ ਸ਼ੋਭਾ ਵੇਖ ਕੇ ਉੱਥੇ ਨੇੜੇ ਨੇੜੇ ਸ਼ੇਖਾਂ ਨੇ ਘਰ ਵਸਾ ਲਏ। ਸ਼ੇਖ ਇੱਕ ਮੁਸਲਮਾਨਾਂ ਦੀ ਜਾਤ ਹੈ। ਸ਼ੇਖਾਂ ਨੇ, ਬਹੁਤ ਸਾਰੇ ਸ਼ੇਖਾਂ ਨੇ ਉੱਥੇ ਘਰ ਵਸਾ ਲਏ ਹਨ। ਅਕਬਰ ਸਾਥ ਰਹਿਤ ਵਹੀ, ਸਭ ਭਾਇਤ ਸਮੇਤ। ਉਹ ਜਿਹੜੇ ਨੇ ਆਪਣੇ ਸਾਰੇ ਭਰਾਵਾਂ ਦੇ ਨਾਲ, ਵੱਡੇ ਪਰਿਵਾਰ ਦੇ ਨਾਲ ਗੋਇੰਦਵਾਲ ਸਾਹਿਬ ਰਹਿਣ ਲੱਗ ਪਏ ਹਨ। ਗੁਰ ਸਥਾਨ ਮੰਗਲ ਬਹੁ ਹੋਵੇ, ਗਾਵਤ ਸਭ ਸੀਖ ਸ਼ਬਦਨ ਜੋਵੇ। ਹੁਣ ਮਹਾਰਾਜ ਜੀ ਦਾ ਅਸਥਾਨ ਸੀ ਔਰ ਇਹ ਸੁਭਾਵਕ ਸੀ, ਉੱਥੇ ਖੁਸ਼ੀਆਂ ਹੋਣੀਆਂ ਸੀ।
ਮੰਗਲ ਗਾਏ ਜਾਂਦੇ ਸੀ, ਸ਼ਬਦ ਕੀਰਤਨ ਗਾਇਆ ਜਾਂਦਾ ਸੀ। ਸਾਰੇ ਲੋਕ ਬੜੀ ਹੀ ਖੁਸ਼ੀ ਦੇ ਨਾਲ ਉੱਥੇ ਰਿਹਾ ਕਰਦੇ ਸਨ। ਸੇਖਨ ਕੇ ਸਿਸ ਦੇਖ ਸੋ ਚਾਲੀ, ਸਹਿ ਨਾ ਸਕੇ ਵਹਿ ਕਰੈ ਕੁਚਾਲੀ। ਪਰ ਜਿਹੜੇ ਉੱਥੋਂ ਦੇ ਸ਼ੇਖ ਸਨ, ਰਹਿਣ ਵਾਲੇ ਉਸ ਪਿੰਡ ਦੇ, ਮਹਾਰਾਜ ਜੀ ਦੀ ਇਸ ਚਾਲ ਨੂੰ ਵੇਖ ਕੇ ਉਹ ਖੁਸ਼ ਨਾ ਹੁੰਦੇ। ਕੁਛ ਉਹਨਾਂ ਦੀ ਧਾਰਮਿਕ ਈਰਖਾ, ਕੁਝ ਸਮਾਜਿਕ ਈਰਖਾ। ਮਹਾਰਾਜ ਜੀ ਦੀ ਇਸ ਸ਼ੋਭਾ ਨੂੰ ਵੇਖ ਕੇ ਉਹ ਪ੍ਰਸੰਨ ਨਹੀਂ ਹੁੰਦੇ ਸਨ। ਨੀਰ ਭਰਨ ਘਟ ਲੈ ਸਿੱਖ ਜਾਵੇ, ਬਾਲ ਗੁਲੇਲਾ ਮਾਰ ਗਵਾਵੇ। ਉਹ ਪਿੰਡ ਦੇ ਵਿੱਚ ਇੱਕ ਖੂਹ ਸੀ। ਗੁਰੂ ਸਾਹਿਬ ਜੀ ਦੇ ਸਿੱਖ ਉੱਥੋਂ ਪਾਣੀ ਭਰਨ ਲਈ ਬਾਹਰ ਜਾਣਾ। ਪਰ ਮੱਤ ਫਿਰੀ ਹੋਈ ਸ਼ੇਖਾਂ ਦੀ, ਉਹਨਾਂ ਕੀ ਕਰਨਾ, ਗੁਲੇਲੇ ਮਾਰ ਕੇ, ਜਿਹੜੇ ਉਹਨਾਂ ਕੋਲ ਘੜੇ ਸਨ, ਗੁਲੇਲ ਨਾਲ ਗੁਲੇਲਾ ਮਾਰਨਾ, ਉਹ ਘੜੇ ਨੂੰ ਤੋੜ ਦਿਆ ਕਰਦੇ ਸਨ। ਯਾ ਬਿਦ ਬਹੁਤ ਕਰੀ ਜਬ ਤੀਨੈ, ਗੁਰ ਪੈ ਸਿੱਖਨ ਕੀਨੀ ਬਿਨੈ। ਐਵੇਂ ਆ ਕੇ ਬੜੀ ਵਾਰੀ ਉਹਨਾਂ ਨੇ ਕੀਤਾ। ਸਿੱਖਾਂ ਪਾਣੀ ਭਰਨਾ, ਉਹਨਾਂ ਨੇ ਗੁਲੇਲਾ ਮਾਰਨਾ, ਘੜਾ ਤੋੜ ਦੇਣਾ। ਸਿੱਖਾਂ ਨੇ ਆਣ ਕੇ ਅੰਤ ਦੇ ਵਿੱਚ ਆ ਕੇ ਪਰੇਸ਼ਾਨ ਹੋ ਗਏ। ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ ਹੈ, ਸੇਖਨ ਸੁਤ ਘਟ ਤੋਰੈ ਤੂਰਨ, ਜਲ ਕੋ ਜਬ ਕਰ ਲਿਆਵੇਂ ਪੂਰਨ। ਮਹਾਰਾਜ ਜੀ ਨੂੰ ਕਹਿਣ ਲੱਗੇ, ਮਹਾਰਾਜ ਜਦੋਂ ਵੀ ਅਸੀਂ ਜਲ ਲੈਣ ਜਾਂਦੇ ਹਾਂ, ਸ਼ੇਖਾਂ ਦੇ ਲੜਕੇ ਜਦੋਂ ਹੀ ਘੜਿਆਂ ਨੂੰ ਵੇਖਦੇ ਨੇ, ਗੁਲੇਲਾ ਮਾਰਦੇ ਨੇ, ਘੜੇ ਤੋੜ ਦਿੰਦੇ ਨੇ। ਮਹਾਰਾਜ ਇਸ ਤਰੀਕੇ ਨਾਲ ਸੰਗਤ ਨੂੰ ਬੜਾ ਪਰੇਸ਼ਾਨ ਕਰ ਰਹੇ ਹਨ। ਮਾਨ ਬਚਨ ਤਯੋ ਹੀ ਤਿਨ ਕੀਨੀ, ਜਲ ਭਰਬੋ ਕੋ ਮਸਕੈ ਲੀਨੀ। ਮਹਾਰਾਜ ਜੀ ਕਰੁਣਾ ਦੇ ਵਿੱਚ ਆ ਕੇ ਬੋਲੇ, ਕਹਿੰਦੇ ਭਾਈ ਕੋਈ ਗੱਲ ਨਹੀਂ, ਜੇ ਘੜਿਆਂ ਨੂੰ ਤੋੜ ਦਿੰਦੇ ਨੇ ਤੇ ਮਸ਼ਕਾਂ ਬਣਾ ਲਓ। ਮਸ਼ਕਾਂ ਆਪਾਂ ਵੇਖਦੇ ਹਾਂ ਕਈ ਵਾਰੀ ਪਹਿਲਾਂ ਚਮੜੇ ਦੀਆਂ ਵੀ, ਕੱਪੜੇ ਦੀਆਂ ਵੀ ਬਣਾਈਆਂ ਜਾਂਦੀਆਂ ਸਨ। ਉਹਨਾਂ ਵਿੱਚ ਪਾਣੀ ਪਾਇਆ ਜਾਂਦਾ ਸੀ ਔਰ ਪਾਣੀ ਠੰਡਾ ਵੀ ਰਹਿੰਦਾ ਸੀ। ਅੱਜ ਵੀ ਜਿਹੜੇ ਫੌਜੀ ਜੰਗਲਾਂ 'ਚ ਰਹਿੰਦੇ ਨੇ, ਉਹ ਮਸ਼ਕਾਂ ਟਾਈਪ ਬਣਾ ਕੇ ਰੱਖਦੇ ਨੇ। ਮਹਾਰਾਜ ਕਹਿੰਦੇ ਕੋਈ ਨਹੀਂ, ਜੇ ਘੜੇ ਤੋੜਦੇ ਨੇ ਤੁਸੀਂ ਮਸ਼ਕਾਂ ਬਣਾ ਲਓ। ਮਹਾਰਾਜ ਜੀ ਦੀ ਜਦੋਂ ਇਹ ਗੱਲ ਉਹਨਾਂ ਨੇ ਸੁਣੀ, ਸਾਰਿਆਂ ਨੇ ਮੰਨ ਲਈ ਹੈ। ਕਬ ਬਾਰਕ ਕਰ ਧਾਰ ਕਮਾਨੈ, ਤੀਰ ਮਾਰ ਫਾਰੈ ਅਭਿਮਾਨੈ। ਪਰ ਉਹਨਾਂ ਨੇ ਵੀ ਫਿਰ ਜਿਹੜੇ ਤੋੜਨ ਵਾਲੇ ਸੀ, ਉਹਨਾਂ ਨਵਾਂ ਤਰੀਕਾ ਅਪਣਾ ਲਿਆ। ਪਹਿਲਾਂ ਗੁਲੇਲਾਂ ਨਾਲ ਤੋੜਦੇ, ਹੁਣ ਉਹਨਾਂ ਨੇ ਤੀਰ ਕਮਾਨ ਫੜ ਲਏ। ਕੀ ਕਰਦੇ ਨੇ, ਤੀਰ ਚਲਾਉਂਦੇ ਨੇ, ਮਸ਼ਕ ਦੇ ਵਿੱਚ ਮਾਰਦੇ ਨੇ, ਤੀਰ ਖੁੱਭਦਾ ਹੈ, ਫਿਰ ਪੱਟ ਜਾਂਦੀ ਹੈ। ਹੁਣ ਉਹਨਾਂ ਨੇ ਮਸ਼ਕਾਂ ਬਣਾਈਆਂ, ਮਸ਼ਕਾਂ ਵਾਸਤੇ ਅਭਿਮਾਨੀਆਂ ਨੇ ਤੀਰ ਬਣਾ ਲਏ ਹਨ। ਪੁਨ ਸਿੱਖਨ ਗੁਰ ਕੇਰ ਹਜ਼ੂਰਾ, ਸਕਲ ਬਿਰਤਾਂਤ ਬਖਾਨਿਓ ਤੂਰਾ। ਪਰ ਜਿਹੜੇ ਸਿੱਖ ਨੇ ਉਹ ਫਿਰ ਗੁਰੂ ਸਾਹਿਬ ਦੇ ਕੋਲ ਗਏ, ਮਹਾਰਾਜ ਜੀ ਨੂੰ ਸਾਰਾ ਬਿਰਤਾਂਤ ਸੁਣਾਇਆ। ਮਹਾਰਾਜ ਤੁਹਾਡੀ ਆਗਿਆ ਦੇ ਅਨੁਸਾਰ ਪਹਿਲਾਂ ਅਸੀਂ ਘੜਿਆਂ ਤੋਂ ਮਸ਼ਕਾਂ ਬਣਾਈਆਂ, ਪਰ ਉਹ ਬੜੇ ਅਭਿਮਾਨੀ ਨੇ। ਹੁਣ ਮਸ਼ਕਾਂ ਬਣਾਈਆਂ ਨੇ, ਤੀਰ ਲੈਂਦੇ ਨੇ, ਤੀਰ ਦੇ ਨਾਲ ਮਸ਼ਕਾਂ ਨੂੰ ਵੀ ਤੋੜ ਦਿੰਦੇ ਹਨ। ਮਸ਼ਕੈ ਫਾਰਤ ਕਸ ਕੈ ਤੀਰਨ, ਬਸ ਨਹਿ ਚਲਤ ਕਰਤ ਅਵਗੀਰਨ। ਮਹਾਰਾਜ ਸਾਡਾ ਕੋਈ ਵਸ ਨਹੀਂ ਚੱਲਦਾ। ਸਿੱਖ ਕਹਿੰਦੇ ਨੇ, ਸਾਹਿਬ ਜੀ ਸਾਡਾ ਕੋਈ ਵਸ ਨਹੀਂ ਚੱਲ ਰਿਹਾ। ਬੜੀ ਅਵੱਗਿਆ ਕਰਦੇ ਨੇ, ਏਡੀ ਵੱਡੀ ਅਵੱਗਿਆ। ਕਿਤੇ ਅਸੀਂ ਮਹਾਰਾਜ ਨੇ ਜਿਵੇਂ ਕਿਹਾ, ਭਾਈ ਤੁਸੀਂ ਆਪਣਾ ਬਦਲ ਲਓ, ਜੇ ਘੜੇ ਨੇ ਮਸ਼ਕਾਂ ਬਣਾ ਲਓ, ਨਾ ਤੋੜਨਗੇ। ਪਰ ਕਹਿੰਦੇ ਮਹਾਰਾਜ ਮਸ਼ਕਾਂ ਵੀ ਬਣਾ ਲੀਆਂ, ਅਭਿਮਾਨੀ ਨੇ, ਸਾਡੀ ਗੱਲ ਨਹੀਂ ਮੰਨ ਰਹੇ ਹਨ। ਤਬ ਮੁਖ ਚੰਦ ਬਚਨ ਪ੍ਰਕਾਸ਼ੇ, ਗਾਗਰ ਮੈਂ ਜਲ ਲਿਆਓ ਹੁਲਾਸੇ। ਮਹਾਰਾਜ ਫੇਰ ਖੁਸ਼ ਹੋ ਕੇ ਕਹਿੰਦੇ ਕੋਈ ਗੱਲ ਨਹੀਂ ਭਾਈ, ਜੇ ਮਸ਼ਕਾਂ ਭੰਦੇ ਨੇ ਤੁਸੀਂ ਗਾਗਰਾਂ ਬਣਾ ਲਓ। ਹੁਣ ਮਸ਼ਕਾਂ ਭੰਦੇ ਨੇ ਤੇ ਤੁਸੀਂ ਗਾਗਰਾਂ ਬਣਾ ਲਓ, ਗਾਗਰਾਂ ਵਿੱਚ ਕਿਹੜਾ ਤੀਰ ਨਿਕਲਣਾ ਹੈ। ਤੇ ਮਹਾਰਾਜ ਬੜੇ ਪ੍ਰਸੰਨ ਚਿੱਤ ਹੋ ਗਏ, ਇਹ ਜਿਹੜੀ ਸਲਾਹ ਸਿੱਖਾਂ ਨੂੰ ਦੇ ਰਹੇ ਹਨ। ਸਤ ਭਾਖ ਕੀਨੀ ਤਿਨ ਤੈਸੇ, ਕਹੀ ਮੁਕੰਦ ਆਨੰਦਤ ਜੈਸੇ। ਆਨੰਦ ਸਰੂਪ ਗੁਰੂ ਜੀ, ਮੁਕਤੀ ਦੇਣ ਵਾਲੇ ਮਹਾਰਾਜ ਜੀ ਨੇ ਜਿਵੇਂ ਇਹ ਗੱਲ ਕਹੀ, ਸਿੱਖਾਂ ਨੇ ਇਹ ਵਾਲੀ ਗੱਲ ਵੀ ਮੰਨ ਲਈ ਹੈ। ਵਹਿ ਬਾਲਕ ਘਟ ਈਟਨ ਭਾਨੈ, ਜ਼ੁਲਮੀ ਕਰੈ ਦੁਸ਼ਟ ਅਭਿਮਾਨੈ। ਹੁਣ ਉਹਨਾਂ ਨੇ ਨਵਾਂ ਕੰਮ ਫੜ ਲਿਆ, ਇਹਨਾਂ ਮਸ਼ਕਾਂ ਬਣਾਈਆਂ, ਉਹ ਬੜੀ ਜ਼ੁਲਮੀ ਕਰਨ ਲੱਗੇ। ਉਹਨਾਂ ਰੋੜੇ ਲੈਣੇ, ਰੋੜਾਂ ਨਾਲ ਫੜ ਕੇ ਗਾਗਰਾਂ ਵੀ ਤੋੜਨੀਆਂ ਸ਼ੁਰੂ ਕਰ ਦਿੱਤੀਆਂ।
ਕਿਉਂਕਿ ਸਾਧ ਸੰਗਤ ਜਦੋਂ ਮਨੁੱਖ ਅਭਿਮਾਨ ਦੇ ਵਿੱਚ ਆਇਆ ਹੁੰਦਾ ਹੈ, ਅਭਿਮਾਨੀ ਮਨੁੱਖ ਦੀ ਬੁੱਧੀ ਚਲੀ ਜਾਂਦੀ ਹੈ। ਉਹਨੂੰ ਫਿਰ ਉੱਚਾ ਨੀਵਾਂ, ਵੱਡਾ ਛੋਟਾ, ਧਰਮ ਅਧਰਮ ਇਹਦੀ ਪਹਿਚਾਣ ਨਹੀਂ ਰਹਿੰਦੀ। ਉਹ ਫਿਰ ਜਿਵੇਂ ਗੀਤਾ ਦੇ ਵਿੱਚ ਵੀ ਕ੍ਰਿਸ਼ਨ ਜੀ ਕਹਿੰਦੇ ਨੇ, ਵਿਸ਼ਮ ਬੁੱਧੀ ਵਿਨਾਸ਼ ਕਾਲੇ। ਜਦੋਂ ਮੱਤ ਫਿਰ ਜਾਂਦੀ ਹੈ ਉਹ ਫਿਰ ਵਿਨਾਸ਼ ਦਾ ਕਾਰਨ ਬਣਦੀ ਹੈ। ਵੈਸੇ ਤੇ ਹੰਕਾਰ ਸੀਮਾ ਵਿੱਚ ਰਹੇ ਤੇ ਠੀਕ ਹੈ, ਜਦੋਂ ਸੀਮਾ ਤੋਂ ਵੱਧਦਾ ਹੈ, ਬਾਣੀ ਕਹਿੰਦੀ ਹੈ ਜੋ ਜੋ ਕਰਤੇ ਅਹੰਮੇਵ ਧਰ ਝੜ, ਮਹਾਰਾਜ ਕੇ ਝੜ ਧਰਤੀ ਪੜਤੇ। ਜਿਹੜੇ ਜਿਹੜੇ ਮਾਣ ਕਰਦੇ ਨੇ ਉਹ ਆਖਰ ਨੂੰ ਧਰਤੀ ਤੇ ਡਿੱਗਦੇ ਨੇ, ਔਰ ਪਰਮਾਤਮਾ ਨੂੰ ਧੱਕੇ ਨਾਲ ਉਹਨਾਂ ਨੂੰ ਚੁੱਕਣਾ ਪੈਂਦਾ ਹੈ। ਪਰਮਾਤਮਾ ਦਾ ਕਿਸੇ ਨਾਲ ਵੈਰ ਨਹੀਂ ਹੈ, ਪਰ ਇੱਕ ਅਹੰਕਾਰੀ ਹੈ ਜਿਹਨੂੰ ਪਰਮਾਤਮਾ ਬਖਸ਼ਦਾ ਨਹੀਂ ਹੈ। ਕਿਉਂਕਿ ਅਹੰਕਾਰੀ ਜਿਹੜਾ ਹੁੰਦਾ ਹੈ ਉਹ ਪਰਮਾਤਮਾ ਦੇ ਬਰਾਬਰ ਆਪਣੀ ਹਸਤੀ ਬਣਾ ਲੈਂਦਾ ਹੈ। ਉਹ ਫਿਰ ਉਹ ਕਹਿੰਦਾ ਹੈ ਮੇਰੇ ਬਰਾਬਰ ਦੁਨੀਆ ਤੇ ਕੋਈ ਨਹੀਂ। ਔਰ ਹੰਕਾਰ ਦੀ ਸੀਮਾ ਜਦੋਂ ਵੱਧ ਜਾਂਦੀ ਹੈ, ਮਨੁੱਖ ਫਿਰ ਐਵੇਂ ਵੀ ਕਹਿਣਾ ਸ਼ੁਰੂ ਕਰ ਦਿੰਦਾ ਰੱਬ ਨਾਂ ਦੀ ਚੀਜ਼ ਹੀ ਕੋਈ ਨਹੀਂ। ਏਡੀ ਵੱਡੀ ਵੀ ਹੰਕਾਰ ਦੀ ਸੀਮਾ ਵੱਧ ਜਾਂਦੀ ਹੈ। ਫਿਰ ਜਿੰਨੀਆਂ ਵੀ ਗੱਲਾਂ ਉਹਨੇ ਦੁਨੀਆ 'ਚ ਕੀਤੀਆਂ ਨੇ, ਜਿੰਨੇ ਵੀ ਪੈਸੇ ਕਮਾਏ ਨੇ, ਘਰ ਬਣਾਇਆ ਹੈ, ਕੋਈ ਚੰਗੇ ਕੰਮ ਕੀਤੇ ਨੇ, ਉਹ ਸਾਰਿਆਂ ਕੰਮਾਂ ਦੇ ਪਿੱਛੇ ਫਿਰ ਕ੍ਰੈਡਿਟ ਰੱਬ ਨੂੰ ਨਹੀਂ ਦਿੰਦਾ, ਆਪਣੇ ਆਪ ਨੂੰ ਦੇਣਾ ਸ਼ੁਰੂ ਕਰ। ਉਹਨੂੰ ਅਹੰਕਾਰੀ ਕਹਿੰਦੇ ਨੇ। ਭਾਵੇਂ ਬੁੱਧੀ ਪਰਮਾਤਮਾ ਦੀ ਹੈ, ਸਰੀਰ ਪਰਮਾਤਮਾ ਦਾ ਹੈ, ਮਤ ਪਰਮਾਤਮਾ ਦੀ ਹੈ, ਸਾਰਾ ਕੁਛ ਹੀ ਇੱਥੇ ਉਹਦਾ ਹੈ। ਬਾਣੀ ਤੇ ਇਹ ਕਹਿੰਦੀ ਹੈ ਸਭ ਕੁਝ ਉਹਨੂੰ ਦੇ ਦੇ, ਪਰ ਮਨੁੱਖ ਕੀ ਕਰਦਾ ਹੈ? ਆਪਣੇ ਤੇ ਕ੍ਰੈਡਿਟ ਲੈਂਦਾ, ਮੈਂ ਕੀਤਾ ਹੈ। ਇਹ ਆਮ ਮਨੁੱਖ ਕੁਛ ਸੋਹਣਾ ਬਣਾ ਕੇ ਕਹਿੰਦਾ ਇਹ ਜੋ ਵੇਖ ਰਹੇ ਹੋ ਬਾਗ ਬਗੀਚਾ ਇਹ ਮੈਂ ਬਣਾਇਆ ਹੈ। ਇਵੇਂ ਕਿ ਗੁਰਦੁਆਰੇ ਕੋਈ ਪਾਰਕ ਹੋਏ ਉੱਥੇ ਵੀ ਕਹਿ ਦਿੰਦਾ ਹੈ ਇਹ ਜਿੰਨਾ ਕੁਝ ਵੇਖ ਰਹੇ ਹੋ ਹਰਿਆਲੀ ਇਹ ਮੇਰੇ ਕਰਕੇ ਹੀ ਹੈ ਸਾਰੀ। ਆ ਜਿੰਨੀ ਪਾਰਕ ਦੀ ਸੇਵਾ ਮਨੁੱਖ ਵੇਖਿਆ ਜਾਂਦਾ ਹੈ, ਪਾਰਕਾਂ ਵਿੱਚ ਸੇਵਾ ਕਰਦੇ ਨੇ ਕਈ ਥਾਵਾਂ 'ਤੇ, ਜਿੱਥੇ ਜਿੱਥੇ ਪਾਰਕਾਂ ਨੇ, ਇਹ ਜਿੰਨੀ ਹਰਿਆਲੀ ਵੇਖ ਰਹੇ ਜਦੋਂ ਦਾ ਮੈਂ ਇੱਥੋਂ ਸੰਭਾਲਿਆ ਉਦੋਂ ਦੀ ਹਰਿਆਲੀ ਆਈ ਹੈ, ਪਹਿਲਾਂ ਤਾਂ ਹੈ ਹੀ ਨਹੀਂ ਸੀ। ਇਹ ਹੰਕਾਰ ਹੈ। ਇਹ ਨਹੀਂ ਕਹਿਣਾ ਭਾਈ ਜਦੋਂ ਦਾ ਮੈਂ ਆਇਆ ਪਰਮਾਤਮਾ ਨੇ ਮੇਰੇ ਤੋਂ ਆਹ ਵਾਲੇ ਕੰਮ ਕਰਾਏ ਨੇ, ਮੈਨੂੰ ਉਹਨੇ ਹੌਸਲਾ ਦਿੱਤਾ, ਮੈਨੂੰ ਥਾਪੜਾ ਦਿੱਤਾ, ਮੇਰੇ ਤੋਂ ਕਿਰਪਾ ਕਰਕੇ ਇਹ ਕਰਵਾ ਲਿਆ, ਇਹ ਤੇ ਗੱਲ ਬਣੀ। ਪਰ ਜਿਹੜਾ ਇਹ ਆਪਣੇ ਆਪ ਨੂੰ ਕ੍ਰੈਡਿਟ ਲੈਣਾ ਹੈ ਫਿਰ ਪਰਮਾਤਮਾ ਉਹਨੂੰ ਬਖਸ਼ਦਾ ਨਹੀਂ। ਹੁਣ ਇਹ ਅਭਿਮਾਨੀ ਹੋ ਗਏ ਕਿਉਂਕਿ ਅੱਗੋਂ ਕੁਛ ਨਹੀਂ ਬੋਲ ਰਹੇ ਮਹਾਰਾਜ। ਪਹਿਲਾਂ ਘੜੇ ਤੋੜੇ, ਮਹਾਰਾਜ ਕਹਿੰਦੇ ਮਸ਼ਕਾਂ ਬਣਾ ਲਓ, ਮਸ਼ਕਾਂ ਤੋੜੀਆਂ, ਮਹਾਰਾਜ ਕਹਿੰਦੇ ਗਾਗਰਾਂ ਬਣਾ ਲਓ। ਹੁਣ ਇਹ ਸਮਝਦੇ ਨੇ ਕਿਤੇ ਡਰਦੇ ਨੇ ਸਾਡੇ ਤੋਂ। ਮਹਾਰਾਜ ਜੀ ਸਾਹਿਬ ਜੀ ਨੂੰ ਜਦੋਂ ਇਹ ਸਾਰੀ ਗੱਲ ਦੱਸੀ, ਹੁਣ ਮਹਾਰਾਜ ਸਾਹਿਬ ਜੀ ਕੀ ਬੋਲਦੇ ਹਨ? ਮਾਤ ਤਾਤ ਤਿਨ ਕੇ ਨਹਿ ਹੋਰੇ, ਹੋਤ ਪ੍ਰਸੰਨ ਨਿਹਾਰ ਬਹੋਰੇ। ਮਹਾਰਾਜ ਦੂਜੀ ਗੱਲ ਇੱਕ ਹੋਰ ਵੀ ਹੈ, ਤੇ ਉਹ ਬੱਚੇ ਨੇ, ਉਹਨਾਂ ਦੇ ਮਾਂ-ਬਾਪ ਵੀ ਨਹੀਂ ਉਹਨਾਂ ਨੂੰ ਡੱਕਦੇ, ਉਹ ਵੀ ਸਗੋਂ ਹੱਸਦੇ ਨੇ ਅੱਗੋਂ। ਜਦੋਂ ਇਹ ਭੰਨਦੇ ਨੇ ਨਾ ਘੜੇ ਸੰਗਤ ਦੇ, ਮਾਂ-ਬਾਪ ਵੀ ਅੱਗੋਂ ਹੱਸ ਕੇ ਗੱਲ ਕਰਦੇ ਹਨ। ਪੁਨ ਅਰਦਾਸ ਕਰੀ ਸਭ ਸੰਗਤ, ਗਗਰਨ ਤੋਰੇ ਬਾਲਕ ਪੰਗਤ। ਸਾਰੀ ਸੰਗਤ ਖੜੇ ਹੋ ਕੇ ਮਹਾਰਾਜ ਅੱਗੇ ਅਰਦਾਸ ਕਰਦੀ, ਮਹਾਰਾਜ ਇਹਨਾਂ ਦਾ ਕੁਝ ਕਰੋ। ਇਹ ਤੇ ਪਹਿਲਾਂ ਘੜਿਆਂ ਨੂੰ ਭੰਨਿਆ, ਹੁਣ ਗਾਗਰਾਂ ਭੰਨਣ ਲੱਗ ਗਏ ਹਨ। ਸੁਨ ਤੂਸਨ ਕਰੁਣਾ ਕਰ ਹੋਏ, ਉਤਰ ਨਹੀਂ ਦਇਓ ਤਬ ਕੋਏ। ਮਹਾਰਾਜ ਜੀ ਸੁਣ ਕੇ ਚੁੱਪ ਹੋ ਗਏ। ਕਰੁਣਾ ਦੇ ਘਰ ਨੇ, ਤਰਸਦੇ ਇੰਨੀ ਛੇਤੀ ਨਹੀਂ, ਕਿਉਂਕਿ ਸਾਧ ਸੰਗਤ ਜਦੋਂ ਮਨੁੱਖ ਬੰਦਗੀ ਕਰਦਾ ਥੋੜ੍ਹੀ ਬਹੁਤੀ ਸ਼ਕਤੀ ਉਹਦੇ ਕੋਲ ਆ ਜਾਂਦੀ ਹੈ। ਫਿਰ ਉਹ ਜਿਹੜੇ ਤੇ ਹਜੇ ਕੱਚੇ ਨੇ, ਧੁਰ ਪਹੁੰਚੇ ਨਹੀਂ, ਬੜੀ ਛੇਤੀ ਵਰ ਸਰਾਪ ਦੇਣੇ ਸ਼ੁਰੂ ਕਰ ਦਿੰਦੇ ਨੇ। ਜਿਹੜਾ ਪਹੁੰਚ ਗਿਆ ਉਹ ਆਪਣੀ ਜਿਹੜੀ ਰਸਨਾ ਉਹਨੂੰ ਚੁੱਪ ਹੀ ਰੱਖਦਾ ਹੈ। ਉਹਨੂੰ ਪਤਾ ਹੈ ਉਹਦੀ ਰਸਨਾ ਚੋਂ ਜਿਹੜਾ ਵਾਕ ਨਿਕਲਿਆ ਉਹ ਤ੍ਰੈ ਕਾਲ ਸੱਤ ਹੋ ਜਾਣਾ ਹੈ। ਜੇ ਤੀਰ ਨਿਕਲ ਗਿਆ ਫਿਰ ਬਚਣਾ ਨਹੀਂ ਹੈ। ਇਸ ਕਰਕੇ ਜਿਹੜੇ ਸਤਿਪੁਰਖ ਹੁੰਦੇ ਨੇ ਬਹੁਤਾ ਚੁੱਪ ਹੀ ਰਹਿੰਦੇ ਨੇ, ਸ਼ਾਂਤੀ ਰੱਖਦੇ ਨੇ। ਕਾਰਨ ਕੀ ਹੈ? ਉਹਨਾਂ ਨੂੰ ਪਤਾ ਹੁੰਦਾ ਹੈ ਉਹਨਾਂ ਦੀ ਅਜ਼ਮਤ ਦਾ, ਇਸ ਕਰਕੇ ਉਹ ਬੋਲਦੇ ਨਹੀਂ। ਮਹਾਰਾਜ ਚੁੱਪ ਨੇ, ਸਾਹਿਬ ਜੀ ਚੁੱਪ ਕਰਕੇ ਹਜੇ ਸੰਗਤ ਨੂੰ ਕੋਈ ਵੀ ਹੁਕਮ ਨਹੀਂ ਕਰਦੇ ਹਨ। ਕਹਾਂ ਤਬਹਿ ਸੰਨਿਆਸੀ ਆਏ,
ਪਾਲਣ ਤੈਸੇ ਕੀਨੀ ਜਾਏ। ਹੁਣ ਸਾਧ ਸੰਗਤ ਜਦੋਂ ਮਨੁੱਖ ਹੰਕਾਰੀ ਹੋ ਜਾਂਦਾ ਹੈ ਨਾ, ਪਹਿਲਾਂ ਤਾਂ ਛੋਟਿਆਂ ਨਾਲ ਪੰਗੇ ਲੈਂਦਾ ਹੈ, ਜਿਹੜੇ ਛੋਟੇ ਹੁੰਦੇ ਨੇ ਉਹਨਾਂ ਨਾਲ। ਹੁਣ ਛੋਟੇ ਤੇ ਬੋਲਦੇ ਨੇ ਵੀ ਇਹ ਵੱਡਾ ਹੈ, ਫਿਰ ਉਹ ਤੋਂ ਵੱਡਿਆਂ ਨਾਲ ਲੈਂਦਾ ਹੈ। ਫਿਰ ਰੱਬ ਨੇ ਉਹਦੇ ਵਰਗੇ ਕਈ ਪੈਦਾ ਕੀਤੇ ਨੇ ਜਿਹੜੇ ਦੂਜੇ ਹੰਕਾਰੀ ਨੇ। ਇੱਕ ਦਿਨ ਐਸਾ ਹੁੰਦਾ ਫਿਰ ਬਰਾਬਰ ਦੀ ਭਿੜ ਹੋ ਜਾਂਦੀ ਹੈ, ਫਿਰ ਉਹ ਮਰਦੇ ਨੇ ਅੱਗੇ ਉੱਥੇ। ਹੁਣ ਇੱਕ ਦਿਨ ਕੀ ਹੋਇਆ, ਉਸ ਪਿੰਡ ਦੇ ਵਿੱਚ ਸੰਨਿਆਸੀ ਆ ਗਏ। ਜਿਵੇਂ ਆਮ ਪਿੰਡਾਂ 'ਚ ਟੋਲੀਆਂ ਬਣਾ ਕੇ ਸੰਨਿਆਸੀ ਤੁਰਦੇ ਹੁੰਦੇ ਸੀ, ਉਸ ਦਿਨ ਉਹ ਪਿੰਡ ਦੇ ਵਿੱਚ ਸੰਨਿਆਸੀਆਂ ਦਾ ਟੋਲਾ ਆ ਗਿਆ ਹੈ। ਨੀਰ ਪੂਰ ਜਬ ਲਿਆਵੇਂ ਕੋਊ, ਤੋਰ ਦੇਤ ਬਿਨ ਬੇਰ ਸੋਊ। ਹੁਣ ਬਾਲਕਾਂ ਨੂੰ ਆਦਤ ਪਈ ਹੋਈ ਸੀ। ਹੁਣ ਜਿਹਨੂੰ ਆਦਤ ਪਈ ਹੈ ਉਹ ਫਿਰ ਥੋੜੀ ਨਾ ਵੇਖਦਾ ਛੋਟਾ ਹੈ ਕਿ ਵੱਡਾ ਹੈ, ਉਹਦੇ ਹਰੇਕ ਮਨੁੱਖ ਨੂੰ ਹੀ ਮਜ਼ਾਕ ਕਰਦਾ ਹੈ। ਇਹਨਾਂ ਬਾਲਕਾਂ ਨੇ ਸੰਨਿਆਸੀਆਂ ਨਾਲ ਵੀ ਐਵੇਂ ਕੀਤਾ। ਉਹ ਵੀ ਪਾਣੀ ਲਿਆਂਦੇ ਹਨ, ਉਹਨਾਂ ਦੇ ਘੜਿਆਂ ਨੂੰ ਵੀ ਤੋੜ ਦਿੰਦੇ ਨੇ। ਲਾਗਿਓ ਤਹਾਂ ਗੁਲੇਲਾ ਜਾਈ, ਨਿਕਸਿਓ ਨੈਣ ਮਹੰਤ ਤਦਾਈ। ਇਹਨਾਂ ਨੇ ਫਿਰ ਗੁਲੇਲਾ ਮਾਰਿਆ। ਉਹ ਗੁਲੇਲਾ ਜਾ ਕੇ ਇੱਕ ਮਹੰਤ ਦੀ ਅੱਖ ਵਿੱਚ ਵੱਜਿਆ। ਜਿਵੇਂ ਹੀ ਅੱਖ 'ਚ ਵੱਜਿਆ ਉਹਦੀ ਅੱਖ ਹੀ ਨਿਕਲ ਗਈ। ਇਹਨਾਂ ਬੱਚਿਆਂ ਨੇ ਜਦੋਂ ਅੱਖ ਨਿਕਲਦੀ ਹੈ, ਸ਼ਸਤਰ ਪਕੜ ਕਰ ਕੇਤੇ ਮਾਰੇ, ਕੇਤੇ ਚੀਰੇ ਕੇਤੇ ਫਾਰੇ। ਹੁਣ ਸੰਨਿਆਸੀਆਂ ਕੋਲ ਸੀ ਸ਼ਸਤਰ। ਹੁਣ ਇਹ ਸੋਚਦੇ ਹੀ ਮਹਾਰਾਜ ਤੇ ਤਰਸ 'ਚ ਨਹੀਂ ਬੋਲਦੇ ਸਨ। ਮਹਾਰਾਜ ਤੇ ਵੈਸੇ ਮਹਾਰਾਜ ਤੇ ਅਗਲੀ ਜਾਣਦੇ ਸਨ ਵੀ ਸਾਨੂੰ ਲੋੜ ਨਹੀਂ, ਹੋਰ ਬੜੇ ਨੇ। ਇਹ ਸੰਨਿਆਸੀਆਂ ਕੋਲ ਸ਼ਸਤਰ ਸਨ। ਇਹਨਾਂ ਨੇ ਫੜ ਕੇ ਕਈਆਂ ਨੂੰ ਹੀ ਮਾਰ ਦਿੱਤਾ, ਕਿਉਂਕਿ ਜੋ ਜੋ ਕਰਤੇ ਅਹੰਗਮੇਵ। ਸਾਧ ਸੰਗਤ ਜਿਹੜੀ ਸ਼ਾਂਤੀ ਹੁੰਦੀ ਹੈ ਨਾ, ਇਹ ਬੜੇ ਵੱਡੇ ਭੁਚਾਲ ਦਾ ਆਹਟ ਹੁੰਦੀ ਹੈ। ਸ਼ਾਂਤੀ, ਜਿਹੜੇ ਮਨੁੱਖ ਸ਼ਾਂਤ ਰਹਿੰਦੇ ਨੇ, ਇਹਦਾ ਮਤਲਬ ਇਹ ਨਹੀਂ ਉਹ ਬੁੱਝਦਿਲ ਹੁੰਦੇ ਨੇ। ਉਹਨਾਂ ਦਾ ਹਿਰਦਾ ਬੜਾ ਵੱਡਾ ਹੁੰਦਾ, ਛੇਤੀ ਕਿਤਿਆਂ ਬੋਲਦੇ ਹੀ ਨਹੀਂ। ਪਰ ਜਦੋਂ ਉਹ ਬੋਲਦੇ ਨੇ ਫਿਰ ਉਹ ਜੋ ਤੂਫਾਨ ਆਉਂਦਾ ਹੈ ਦੁਨੀਆ ਝੱਲ ਨਹੀਂ ਸਕਦੀ। ਇਹ ਸੰਨਿਆਸੀ ਇੰਨੇ ਤਕੜੇ ਨਹੀਂ ਸਨ, ਇਹਨਾਂ ਕੋਲ ਹਥਿਆਰ ਸੀ। ਇਹਨਾਂ ਨੇ ਫੜ ਕੇ ਕਈਆਂ ਨੂੰ ਮਾਰਿਆ, ਕਈਆਂ ਦੇ ਕੱਪੜੇ ਪਾੜ ਦਿੱਤੇ ਹਨ। ਇਹੀ ਸਮੇਂ ਤੁਰਕਨ ਕੋ ਡੇਰਾ, ਪਰਿਓ ਆਏ ਪੁਰ ਕੇ ਚੋ ਫੇਰਾ। ਉਸੇ ਦਿਨ ਇੱਕ ਦੂਜੀ ਘਟਨਾ ਵਾਪਰ ਗਈ। ਇੱਕ ਮੁਗਲਾਂ ਦੀ ਫੌਜ ਤੁਰੀ ਜਾਂਦੀ ਸੀ, ਮੁਗਲਾਂ ਦਾ ਰਾਜ ਸੀ ਉਦੋਂ। ਉਹਨਾਂ ਦੀ ਫੌਜ ਤੁਰੀ ਜਾਂਦੀ ਸੀ। ਫੌਜ ਨੇ ਆ ਕੇ ਪਿੰਡ ਦੇ ਵਿੱਚ ਡੇਰਾ ਲਗਾ ਲਿਆ ਹੈ। ਖਰਚਨ ਧਨ ਕੀ ਲਤੀ ਅਨੇਕਾ, ਉਤਰੀ ਆਏ ਰੇਨ ਕਰ ਟੇਕਾ। ਹੁਣ ਉਹਨਾਂ ਖਜ਼ਾਨਾ ਲੈ ਕੇ ਜਾ ਰਹੇ ਸਨ। ਉਹਨਾਂ ਕੋਲ ਖੱਚਰਾਂ ਤੇ ਖਜ਼ਾਨਾ ਜਾਂਦਾ ਸੀ। ਖੱਚਰਾਂ ਤੇ ਬਹੁਤ ਜ਼ਿਆਦਾ ਖਜ਼ਾਨਾ ਲੱਦਿਆ ਹੋਇਆ ਸੀ। ਜਾਂਦਿਆਂ ਜਾਂਦਿਆਂ ਉਹ ਪਿੰਡ ਦੇ ਵਿੱਚ ਆ ਕੇ ਉਹਨਾਂ ਨੇ ਖੱਚਰਾਂ ਨੂੰ ਰੋਕ ਲਿਆ ਹੈ। ਪ੍ਰਾਤੈ ਕਾਲ ਚਲਬੋ ਤਿੰਨ ਕੀਨੋ, ਆਂਦੀ ਆਈ ਪ੍ਰਲੈ ਸੀ ਚੀਨੋ। ਉਹ ਸਵੇਰੇ ਚੱਲਣਾ ਚਾਹੁੰਦੀ ਸੀ ਫੌਜ ਸਾਰੀ, ਪਰ ਸਵੇਰੇ ਕੀ ਹੋਇਆ, ਹਨੇਰੀ ਆਈ ਬਹੁਤ ਤੇਜ਼। ਤੇਜ਼ ਦੀ ਹਨੇਰੀ ਕਰਕੇ ਬਹੁਤ ਜ਼ਿਆਦੀ ਪਰਲੇ ਆ ਗਈ ਹੈ। ਆਪਣੋ ਪਰੋ ਨਾ ਦੇਖਿਓ ਜਾਈ, ਜਨ ਸਕਲੇ ਭੇ ਅੰਧਤ ਦਾਈ। ਹਨੇਰੀ ਇੰਨੀ ਤੇਜ਼ ਆਈ, ਨਾ ਆਪਣਾ ਪਛਾਣਿਆ ਜਾਂਦਾ ਹੈ ਨਾ ਪਰਾਇਆ। ਐਵੇਂ ਮਿੱਟੀ ਚੜੀ, ਸਾਰਿਆਂ ਦੀ ਅੱਖਾਂ ਵਿੱਚ ਘੱਟਾ ਪਿਆ। ਐਵੇਂ ਲੱਗਦਾ ਹੈ ਜਿਵੇਂ ਸਾਰੇ ਅੰਧੇ ਹੀ ਹੋ ਗਏ ਹਨ। ਪਾਏ ਲਾਗ ਗਿਰ ਹੈ ਨਰ ਘੋਰੇ, ਖੱਚਰ ਭਾਜੀ ਤਬ ਪੁਰ ਹੋ ਓਰੇ। ਹਵਾ ਦੇ ਜ਼ੋਰ ਨਾਲ, ਹਵਾ ਇੰਨੀ ਤੇਜ਼ ਸੀ, ਵੱਡੇ ਵੱਡੇ ਘੋੜੇ ਡਿੱਗੇ ਹਵਾ ਨਾਲ। ਜਿਹੜੀਆਂ ਖੱਚਰਾਂ ਸਨ ਉਹ ਵੀ ਫੌਜ ਤੋਂ ਭੱਜ ਗਈਆਂ ਹਨ। ਬਰੀ ਜਾਏ ਤਿੰਨ ਤੁਰਕਨ ਧਾਮਾ, ਗੁਰ ਸੋ ਕਰਤ ਵਿਰੋਧ ਜੇ ਗ੍ਰਾਮਾ। ਹੁਣ ਇੱਕ ਖੱਚਰ ਉਹਨਾਂ ਦੀ ਤੁਰੀ ਜਾ ਕੇ ਉਹਨਾਂ ਸ਼ੇਖਾਂ ਦੇ ਘਰ ਵੜ ਗਈ, ਜਿਨ੍ਹਾਂ ਦੇ ਬੱਚੇ ਮਹਾਰਾਜ ਦੇ ਨਾਲ ਵਿਰੋਧ ਕਰਦੇ ਸੀ, ਜਿਹੜੇ ਮਹਾਰਾਜ ਦੀ ਸੰਗਤ ਦੇ ਘੜੇ ਤੋੜਿਆ ਕਰਦੇ ਸਨ। ਤਾਤ ਕਾਲ ਤਿੰਨ ਅੰਤਰ ਪਾਈ, ਪੁਰਾ ਖੋਜ ਜਾਣਿਓ ਨਹਿ ਜਾਈ। ਹੁਣ ਸ਼ੇਖਾਂ ਨੇ ਲਾਲਚ ਵਿੱਚ ਆ ਕੇ ਉਹ ਫੌਜ ਦੀ ਖੱਚਰ ਨੂੰ ਬੰਨ੍ਹ ਲਿਆ ਆਪਣੇ ਘਰ। ਜਦੋਂ ਫੌਜ ਦੀ ਖੱਚਰ ਅੰਦਰ ਬੰਨ੍ਹ ਲਈ, ਆਪਣੀ ਜਾਨ 'ਚ ਸਾਰੇ ਸਬੂਤ ਹੀ ਮਿਟਾ ਦਿੱਤੇ ਤੇ ਇਹਦਾ ਹੁਣ ਖੁਰਾ ਖੋਜ ਨਹੀਂ ਲੱਭੇਗਾ। ਆਂਦੀ ਹੱਟੀ ਭਇਓ ਉਜਿਆਰਾ, ਖੱਚਰ ਦੇਖਣ ਲੱਗੇ ਅਪਾਰਾ। ਜਿਵੇਂ ਹਨੇਰੀ ਹਟੀ, ਫੌਜ ਖੜੀ ਹੋਈ। ਫੌਜ ਆਪਣੀਆਂ ਖੱਚਰਾਂ ਗਿਣਦੀ ਹੈ ਵੀ ਕਿੰਨੀਆਂ ਨੇ ਖੱਚਰਾਂ।
ਸਾਰੇ ਦੇ ਸਾਰੇ ਆਪਣੀਆਂ ਖੱਚਰਾਂ ਨੂੰ ਲੱਭਣ ਲੱਗ ਪਏ ਹਨ। ਟੋਲ ਟੋਲ ਬਹੁ ਰਹੇ ਨਾ ਪਾਈ, ਹੋਏ ਨਿਰਾਸ਼ ਜਬ ਚੱਲੇ ਮੁਰਾਈ। ਉਹ ਲੱਭਦੇ ਲੱਭਦੇ ਥੱਕ ਗਏ, ਇੱਕ ਖੱਚਰ ਉਹਨਾਂ ਨੂੰ ਨਾ ਮਿਲੇ, ਬਾਕੀਆਂ ਤੇ ਲੱਭ, ਕਿਉਂਕਿ ਇੱਕ ਤੇ ਲੁਕੋ ਲਈ ਆ ਉਹਨਾਂ ਨੇ। ਸਾਰੇ ਲੱਭਦੇ ਲੱਭਦੇ ਥੱਕ ਗਏ, ਇੱਕ ਖੱਚਰ ਨਾ ਮਿਲੀ। ਜਦੋਂ ਹੁਣ ਲੱਭ ਕੇ ਥੱਕ ਕੇ ਵਾਪਸ ਮੁੜਨ ਲੱਗੇ ਹਨ, ਗ੍ਰਹਿ ਅੰਤਰ ਖੱਚਰ ਤਬ ਬੋਲੀ, ਪਰੇ ਸਿਪਾਹੀ ਲੀਨ ਸਖੋਲੀ। ਹੁਣ ਵਾਪਸ ਮੁੜਨ ਹੀ ਲੱਗੇ ਸੀ, ਅੰਦਰੋਂ ਖੱਚਰ ਨੇ ਆਵਾਜ਼ ਦੇ ਦਿੱਤੀ। ਮਾੜੇ ਜਦੋਂ ਟਾਈਮ ਆ ਜਾਏ ਮਨੁੱਖ ਦਾ, ਨਾਲ ਦੀ ਨਾਲ ਸਿਪਾਹੀਆਂ ਨੇ ਜਾ ਕੇ ਅੰਦਰ ਦਰਵਾਜ਼ਾ ਖੋਲ ਦਿੱਤਾ ਹੈ। ਜਪਤ ਕਰਿਓ ਘਰ ਬਾਹਰ ਤਿੰਨ ਕੋ, ਗੁਰ ਸੋ ਬੈਰ ਹੁਤੋ ਸੋ ਜਿਨ ਕੋ। ਉਹ ਤੁਰਕ ਫੌਜੀ ਵੇਖ ਕੇ ਬੜੇ ਗੁੱਸੇ ਵਿੱਚ ਆਏ। ਉਹਨਾਂ ਜਾ ਕੇ ਉਹਨਾਂ ਦਾ ਘਰ ਹੀ ਜ਼ਬਤ ਕਰ ਲਿਆ, ਨਾਲੇ ਕੁੱਟਿਆ ਬਹੁਤ ਜ਼ਿਆਦਾ, ਜਿਹੜੇ ਗੁਰੂ ਨਾਲ ਵਿਰੋਧ ਕਰਦੇ। ਹੁਣ ਗੁਰੂ ਜੀ ਬੋਲੇ ਨਹੀਂ, ਪਰ ਬਿਨਾਂ ਬੋਲਿਆ ਹੀ ਉਹਨਾਂ ਦਾ ਸਭ ਕੁਝ ਹੋ ਰਿਹਾ ਹੈ। ਚੁੱਪ ਬੈਠੇ ਨੇ, ਕਿਉਂਕਿ ਸਾਧ ਸੰਗਤ ਜਿਹੜਾ ਸ਼ਾਂਤੀ ਕਰਕੇ ਬੈਠਾ, ਇਹਦਾ ਮਤਲਬ ਇਹ ਨਹੀਂ ਹੈ, ਕਿਉਂਕਿ ਬਾਣੀ ਇਹ ਕਹਿੰਦੀ ਹੈ ਜਿਹੜੇ ਜਿਹੜੇ ਨਿਰਵੈਰਾਂ ਨਾਲ ਵਿਰੋਧ ਚਲਾਉਂਦੇ ਨੇ ਉਹਨਾਂ ਵਿੱਚੋਂ ਤਿਸ਼ਟਿਆ ਕੋਈ ਨਹੀਂ। ਜਿਹੜਾ ਮਨੁੱਖ ਸ਼ਾਂਤ ਰਹਿ ਕੇ ਰੱਬ ਦੀ ਰਜ਼ਾ ਮੰਨਦਾ ਹੈ, ਜੀ ਉਹਦੀ ਕੋਈ ਠੱਗੀ ਦੁਬਾਰਾ ਉਹਦੇ ਨਾਲ ਕਰੀ ਜਾਂਦਾ ਹੈ, ਫਿਰ ਜਿਸ ਦਿਨ ਰੱਬ ਉਹਦੇ ਵੱਲੋਂ ਬੋਲਣ ਲੱਗਦਾ ਹੈ, ਫਿਰ ਉਹ ਸਭ ਕੁਝ ਹੀ ਲੈ ਜਾਂਦਾ ਬਹਾ ਕੇ। ਹੁਣ ਅੰਦਰੋਂ ਇਹ ਫੌਜੀ ਬੋਲੇ ਨਹੀਂ, ਫੌਜੀਆਂ ਨੇ ਜਾ ਕੇ ਘਰ ਖੋਲ੍ਹਿਆ, ਨਾਲੋਂ ਨਾਲ ਘਰ ਦੇ ਵਿੱਚੋਂ ਖੱਚਰ ਨੂੰ ਫੜ ਲਿਆ ਹੈ। ਕੇਤਕ ਫਾਂਸੀ ਦੀਨ ਉਠਾਈ, ਕੇਤਕ ਕੀ ਤਬ ਪਤ ਉਤਰਾਈ। ਕਈਆਂ ਨੂੰ ਤੇ ਫੌਜੀਆਂ ਨੇ ਚੱਕ ਕੇ ਗਲ ਘੁੱਟ ਕੇ ਮਾਰ ਦਿੱਤਾ। ਕਿੰਨਾ ਵੱਡਾ ਸੰਤਾਪ ਉਹਨਾਂ ਨੂੰ ਲੱਗਿਆ ਸੰਗਤ ਦੇ ਘੜੇ ਤੋੜਨ ਦਾ। ਭਾਵੇਂ ਆ ਸਾਧ ਸੰਗਤ ਕੋਈ ਚੰਗਾ ਕੰਮ ਹੋ ਰਿਹਾ ਹੋਏ ਨਾ, ਜਿਹੜੇ ਉਹਨੂੰ ਰੋਕਦੇ ਨੇ ਚੰਗੇ ਕੰਮ ਨੂੰ, ਬੜਾ ਵੱਡਾ ਸੰਤਾਪ ਉਹਨਾਂ ਨੂੰ ਲੱਗਦਾ ਹੈ। ਸਾਧ ਸੰਗਤ ਕਈ ਵਾਰੀ ਮਨੁੱਖ ਰੋਹ ਵਿੱਚ ਆਏ ਹੋਏ, ਗੁੱਸੇ ਵਿੱਚ ਆਏ ਹੋਏ ਮੰਦਰਾਂ ਮਸਜਿਦਾਂ ਨੂੰ ਢਾਉਣ ਲੱਗ ਜਾਂਦੇ ਨੇ। ਘਰ ਰੱਬ ਦੇ ਹੀ ਨੇ ਸਾਰੇ, ਇਹ ਬੰਦਿਆਂ ਹੀ ਬਣਾਈਆਂ ਨੇ ਵਾੜਾਂ। ਇਹ ਨਫ਼ਰਤ ਦੀਆਂ ਵਾੜਾਂ ਮਨੁੱਖ ਬਣਾਉਂਦਾ, ਰੱਬ ਨੇ ਨਹੀਂ ਬਣਾਈਆਂ। ਪਰਮਾਤਮਾ ਨੇ ਕਿਸੇ ਦੇ ਨਾਲ ਪੱਖਪਾਤ ਨਹੀਂ ਕੀਤਾ। ਪਕਸ਼ਪਾਤ ਪਰਮਾਤਮਾ ਕੋਲ ਨਹੀਂ ਹੈ। ਪਕਸ਼ਪਾਤ ਜਿਹੜਾ ਹੈ ਇਹ ਮਨੁੱਖ ਕੋਲ ਹੈ, ਉਹ ਵੀ ਜਿਹੜਾ ਰਾਜਨੀਤਿਕ ਮਨੁੱਖ ਹੈ, ਹਰੇਕ ਨਹੀਂ। ਬਾਕੀ ਤੇ ਭੋਲੀ ਹੈ ਦੁਨੀਆ। ਜਿਹੜਾ ਰਾਜਨੀਤਿਕ ਹੁੰਦਾ ਹੈ ਉਹ ਆਪਣੇ ਰਾਜ ਨੂੰ ਕਾਇਮ ਕਰਨ ਵਾਸਤੇ ਦੁਨੀਆ ਨੂੰ ਲੜਾ ਮਰਵਾ ਦਿੰਦਾ ਹੈ। ਰਾਜਨੀਤਿਕ ਬੰਦਾ, ਭੋਲੀ ਦੁਨੀਆ ਉਹਦੇ ਪਿੱਛੇ ਲੱਗ ਜਾਂਦੀ ਹੈ, ਕਿਉਂ? ਉਹ ਬੁੱਧੀ ਦੇ ਤਲ ਤੇ ਚੱਲਦਾ ਹੈ। ਦੁਨੀਆ ਚੱਲਦੀ ਹੈ ਭਾਵਾਂ ਦੇ ਤਲ ਤੇ, ਆਪਣੀ ਬੁੱਧੀ ਦੀਆਂ ਤਕਰੀਰਾਂ ਦੇ ਕੇ। ਮੈਂ ਕਈ ਵਾਰੀ ਸੋਚਦਾ ਸਾਧ ਸੰਗਤ, ਚਲੋ ਗੁਰੂ ਦੇ ਦਰਬਾਰ ਵਿੱਚ ਬੈਠੇ ਆ, ਮੈਂ ਗੱਲ ਕਹਿ ਹੀ ਦਿੰਦਾ, ਵੈਸੇ ਕਹਿਣੀ ਨਹੀਂ ਚਾਹੀਦੀ। ਆ ਜਿਹੜੇ ਇਲੈਕਸ਼ਨਾਂ ਵਿੱਚ ਹੱਥ ਜੋੜਦੇ ਨੇ ਨਾ, ਇਹ ਹੱਥ ਕੋਈ ਸੇਵਾ ਵਾਸਤੇ ਨਹੀਂ ਜੁੜ ਰਹੇ, ਕਿਸੇ ਦੇ ਸਿਰ ਤੇ ਬਹਿਣ ਲਈ ਜੁੜ ਰਹੇ ਨੇ। ਕੋਈ ਸੇਵਾ ਵਾਸਤੇ ਜਿਹਨੇ ਹੱਥ ਜੋੜਨੇ ਨੇ ਉਹ ਸੇਵਾ ਕਰੇਗਾ। ਜਿਹਨੇ ਸੇਵਾ ਕਰਨੀ ਹੈ ਉਹਨੂੰ ਦੁਨੀਆ ਅੱਗੇ ਹੱਥ ਜੋੜਨ ਦੀ ਕੀ? ਉਹ ਏਡਾ ਵੱਡਾ ਸ਼ਹਿਰ ਹੈ, ਕਿਤੇ ਮਰਜ਼ੀ ਕਰ ਲੈ ਸੇਵਾ। ਇਹ ਜਿਹੜੇ ਹੱਥ ਜੋੜਦੇ ਨੇ ਕਿਸੇ ਦੇ ਸਿਰ ਤੇ ਬਹਿਣ ਲਈ ਨੇ, ਰਾਜ ਕਰਨ ਲਈ ਨੇ। ਇਹ ਹੱਥ ਜਿਹੜੇ ਜੁੜ ਰਹੇ ਨੇ ਕਿਸੇ ਦੀ ਸੇਵਾ ਭਾਵਨਾ ਨਹੀਂ ਹੈ ਇਹਦੇ ਵਿੱਚ। ਜਿਹਨੇ ਸੇਵਾ ਕਰਨੀ ਹੈ, ਏਡਾ ਵੱਡਾ ਸ਼ਹਿਰ ਹੈ, ਉੱਤੇ ਲਿਖਿਆ ਜਾਂਦਾ ਹੈ ਰਾਜ ਨਹੀਂ ਸੇਵਾ। ਜੇ ਸੇਵਾ ਕਰਨੀ ਹੈ ਭਾਈ, ਏਡਾ ਵੱਡਾ ਦੇਸ਼ ਹੈ, ਗੰਦੇ ਨਾਲੇ ਪਏ ਨੇ, ਡਸਟਬਿਨ ਪਏ ਨੇ, ਗੰਦਗੀਆਂ ਪਈਆਂ ਨੇ, ਇੰਨੀਆਂ ਗਾਵਾਂ ਨੇ, ਕਿਸੇ ਨੂੰ ਸੁਧਾਰ ਲੈ। ਕਿੰਨੀ ਸੇਵਾ ਹੈ, ਜਿਹੜੀ ਮਰਜ਼ੀ ਕਰੋ, ਨਿਸ਼ਕਾਮ ਹੋ ਕੇ ਜਿੰਨਾ ਮਰਜ਼ੀ ਕਰ ਲਓ। ਪਰ ਸਾਧ ਸੰਗਤ ਗੱਲ ਉਲਟੀ ਹੈ। ਜੇ ਇਹਦੇ ਅੰਤਰੀਵ ਦੇ ਵਿੱਚ ਜਾਵਾਂਗੇ ਗੱਲ ਕੁਝ ਹੋਰ ਹੈ। ਔਰ ਮੈਂ ਖਾਸ ਕਰਕੇ ਗੱਲ ਇਸ ਦੇਸ਼ ਦੀ ਕਰ ਰਿਹਾ। ਦੂਜੇ ਦੇਸ਼ਾਂ ਇਸ ਦੇਸ਼ ਨਾਲੋਂ ਦੂਜਿਆਂ ਦੇਸ਼ਾਂ 'ਚ ਪ੍ਰਸਥਿਤੀਆਂ ਕੁਝ ਹੋਰ ਨੇ। ਇਸ ਦੇਸ਼ ਨਾਲੋਂ ਦੂਜਿਆਂ ਦੇਸ਼ਾਂ 'ਚ ਕੰਡੀਸ਼ਨ ਕੁਝ ਹੋਰ ਹੈ, ਇੱਥੇ ਜ਼ਿਆਦਾ ਖਰਾਬ ਹੈ। ਵਰਸ ਕੰਡੀਸ਼ਨ ਇੱਥੇ ਹੀ ਹੈ। ਹੁਣ ਉਹ ਕਹਿੰਦੇ ਕਈਆਂ ਨੂੰ ਉਹਨਾਂ ਨੇ ਫਾਹ ਦੇ ਦਿੱਤਾ। ਫਾਹ ਦੇ ਕੇ ਕਈਆਂ ਦੀ ਉਹਨਾਂ ਨੇ ਜਲੀਲ ਕਰਕੇ ਉਹਨਾਂ ਨੂੰ ਮਾਰ ਦਿੱਤਾ ਹੈ। ਗੁਰ ਪੈ ਸਿੱਖਣ ਕਹੀ ਸਪੂਰਨ, ਸੁਣ ਗੁਰ ਕਹਿਤ ਭਏ ਤਬ ਤੂਰਨ। ਜਦ ਸਿੱਖਾਂ ਨੇ ਆ ਕੇ ਗੁਰੂ ਸਾਹਿਬ ਨੂੰ ਦੱਸਿਆ ਵੀ ਮਹਾਰਾਜ ਇਹ ਵਾਪਰੀ ਆ ਉਹਨਾਂ ਨਾਲ, ਇੰਨਾ ਕੁਝ ਹੋਇਆ, ਤੁਸੀਂ ਚੁੱਪ ਰਹੇ, ਪਰ ਉਹਨਾਂ ਨਾਲ ਇਹ ਕੁਝ ਵਾਪਰਿਆ ਹੈ,
ਮਹਾਰਾਜ ਜੀ ਚੁੱਪ ਹੀ ਕਰ ਬੈਠ ਗਏ ਹਨ। ਏਕ ਸੰਤ ਪੈ ਸਿੱਖ ਸੋ ਬੋਲਿਓ, ਸੋ ਸੁਨਿਓ ਧਰ ਧਿਆਨ ਅਮੋਲਿਓ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਮੈਂ ਤੁਹਾਨੂੰ ਇੱਕ ਸਿੱਖ ਦੀ ਤੇ ਇੱਕ ਸੰਤ ਦੀ ਗਾਥਾ ਸੁਣਾਉਣ ਲੱਗਿਆ। ਇੱਕ ਸਿੱਖ ਨੇ ਇੱਕ ਸੰਤ ਦੇ ਅੱਗੇ ਕੋਈ ਵਿਚਾਰ, ਕੋਈ ਪ੍ਰਸ਼ਨ ਕਹੇ ਹਨ। ਜੇ ਕਾਹੂ ਕੋ ਬੁਰਾ ਕਰਾਵੇ, ਤੋ ਕਿਆ ਕਰੇ ਕਹੂੰ ਸੁਖ ਦਾਵੇ। ਉਹ ਪਹਿਲਾ ਸਵਾਲ ਕਰਦਾ, ਕਹਿੰਦੇ ਇਹ ਸੰਤ ਜੀ, ਜੇ ਕੋਈ ਕਿਸੇ ਦਾ ਬੁਰਾ ਕਰੇ ਉਹਨੂੰ ਫਿਰ ਅੱਗੋਂ ਕੀ ਕਰਨਾ ਚਾਹੀਦਾ ਜਿਹਦਾ ਬੁਰਾ ਹੋ ਰਿਹਾ ਹੈ? ਇਸ ਬਾਰੇ ਮੈਨੂੰ ਵਿਚਾਰ ਦਿਓ। ਭਲਾ ਕਰੇ ਜੋ ਬੁਰਾ ਕਰਾਵੇ, ਬਦਲਾ ਲੇਵਣ ਤੇ ਹਟ ਜਾਵੇ। ਸੰਤ ਕਹਿੰਦਾ ਜੇ ਕੋਈ ਭਲਾ ਕਰਦਾ ਹੈ, ਭਲਾ ਕਰਦਿਆਂ ਵੀ ਉਹਦਾ ਕੋਈ ਬੁਰਾ ਕਰੇ, ਉਹਨੂੰ ਕਰਨਾ ਚਾਹੀਦਾ ਬਦਲਾ ਨਾ ਲਵੇ, ਪਿੱਛੇ ਹਟ ਜਾਏ। ਜੇ ਬਦਲਾ ਲੈ ਲਿਆ ਫਿਰ ਤੇ ਬਰਾਬਰ ਦਾ ਗੁਨਾਹਗਾਰ ਹੋ ਗਿਆ, ਪਿੱਛੇ ਹਟ ਜਾਏ। ਜੇ ਉਹ ਬੁਰਾ ਕਰਦਿਆਂ ਨੂੰ ਕਰਨ ਦਿਓ, ਕਿੰਨੇ ਕੁ ਦਿਨ ਕਰੇਗਾ? ਸੰਤ ਕਹਿੰਦਾ ਪਹਿਲਾਂ ਤੇ ਇਹ ਹੈ, ਉਸ ਨੂੰ ਪਿੱਛੇ ਹਟ ਜਾਣਾ ਚਾਹੀਦਾ ਹੈ। ਫੇਰ ਕਰੇ ਤੂੰ ਕਰ ਕੈ ਕਰ ਹੈ, ਤੂੰ ਪਲ ਆਈ ਬਹੁ ਦੁੱਖ ਭਰ ਹੈ। ਕਹਿੰਦੇ ਸੰਤ ਜੀ ਜੇ ਫਿਰ ਵੀ ਕਰੇ, ਪਿੱਛੇ ਵੀ ਹਟ ਗਿਆ, ਫਿਰ ਸੰਤ ਕਹਿੰਦਾ ਭਲਾਈ ਕਰੇ, ਫਿਰ ਵੀ ਬੁਰਾ ਨਾ ਕਰੇ, ਫਿਰ ਵੀ ਉਸ ਨੂੰ ਭਲਾ ਹੀ ਕਰਦੇ ਰਹਿਣਾ ਚਾਹੀਦਾ ਹੈ। ਕਰਨੇ ਜੋਗਾ ਰਹਿ ਨਾ ਸੋਊ, ਆਪੇ ਹੀ ਮਰ ਜੈ ਹੈ ਸੋਊ। ਕਹਿੰਦੇ ਜਦੋਂ ਉਹ ਪਿੱਛੇ ਵੀ ਹਟ ਗਿਆ ਫਿਰ ਵੀ ਉਹਦਾ ਬੁਰਾ ਕਰੇਗਾ, ਕਹਿੰਦੇ ਬਸ ਤੀਜੀ ਵਾਰੀ ਫਿਰ ਉਹ ਕਰਨ ਜੋਗਾ ਨਹੀਂ ਰਹੇਗਾ, ਰੱਬ ਉਹਨੂੰ ਮਾਰ ਕੇ ਹੀ ਛੱਡੇਗਾ। ਪਹਿਲੀ ਗੱਲ ਤਾਂ ਕੋਈ ਬੁਰਾ ਕਰੇ ਪਿੱਛੇ ਹਟ ਜਾਏ, ਜੇ ਫਿਰ ਵੀ ਕਰੇ ਫਿਰ ਵੀ ਪਿੱਛੇ ਹਟ ਜਾਏ, ਉਹ ਕਹਿੰਦੇ ਤੀਜੀ ਵਾਰੀ ਉਹ ਕਰਨ ਜੋਗਾ ਹੀ ਨਹੀਂ ਰਹੇਗਾ। ਕਿਸੇ ਨਾ ਕਿਸੇ ਬੰਨਿਓ ਰੱਬ ਨੇ ਉਹਨੂੰ ਨੱਥ ਪਾ ਲੈਣੀ ਹੈ। ਗੁਰਬਾਣੀ ਕਹਿੰਦੀ ਹੈ, ਨਾਰਾਇਣ ਲਿਆ ਨਾ ਠੁੰਗੜਾ, ਪੈਰ ਕਿੱਥੇ ਰੱਖੇ। ਜਿਸ ਦਿਨ ਰੱਬ ਨੇ ਉਹਨੂੰ ਠੋਕਰ ਮਾਰਨੀ ਹੈ, ਫਿਰ ਕਿੱਥੇ ਪੈਰ ਰੱਖੇਗਾ? ਭਾਵ ਧਰਤੀ ਤੋਂ ਵੀ ਥੱਲੇ ਡਿੱਗਣਾ ਹੈ। ਐਸਾ ਉਹਦਾ ਬੁਰਾ ਹਸ਼ਰ ਹੋਏਗਾ, ਦੁਨੀਆ ਵੇਖ ਵੇਖ ਕੇ ਉਤੋਂ ਸਿੱਖਿਆ ਲੈਂਦੀ ਹੈ। ਜੈਸੀ ਕਰੈ ਸੋ ਤੈਸੀ ਪਾਵੈ, ਗੁਰ ਸਥਾਨ ਨੀਵੋਂ ਬਿਰ ਧਾਵੈ। ਜੈਸੀ ਕੋਈ ਕਰੇ ਤੈਸੀ ਉਹਨੂੰ ਪਾਉਣੀ ਪੈਂਦੀ ਹੈ। ਉਹ ਇਹ ਜ਼ਰੂਰੀ ਨਹੀਂ ਜੈਸਾ ਮਨੁੱਖ ਅੱਜ ਕਰ ਰਿਹਾ ਅੱਜ ਹੀ ਪਾਏਗਾ। ਕਿਸੇ ਦਾ ਮਾੜਾ ਅੱਜ ਕੀਤਾ ਹੈ, ਕੀ ਪਤਾ ਅੱਜ ਫਲ ਨਾ ਮਿਲੇ, ਇਹ ਹੋ ਸਕਦਾ ਹੈ। ਤਾਂ ਹੀ ਤੇ ਮਨੁੱਖ ਦਾ ਹੌਸਲਾ ਵੱਧਦਾ ਹੈ। ਅੱਜ ਪਾਪ ਕੀਤਾ, ਅੱਜ ਝੂਠ ਬੋਲਿਆ, ਅੱਜ ਕੁਝ ਨਹੀਂ ਵਿਗੜਿਆ। ਮਨੁੱਖ ਸੋਚਦਾ ਅੱਜ ਠੱਗੀ ਕਰ ਲਈ, ਅੱਜ ਤੇ ਕੁਝ ਵਿਗੜਿਆ ਨਹੀਂ। ਬਸ ਇਹ ਸ਼ੁਰੂਆਤ ਹੋ ਗਈ ਹੈ, ਬੀਜ ਲੱਗ ਗਏ ਹੈ, ਦਰਖਤ ਇਹ ਬਣੇਗਾ ਹੌਲੀ ਹੌਲੀ, ਸ਼ੁਰੂਆਤ ਹੋ ਗਈ ਹੈ। ਇਸ ਕਰਕੇ ਕਹਿੰਦੇ ਨੇ ਜੈਸੀ ਕਰਨੀ ਹੈ ਵੈਸੀ ਹੀ ਭਰਨੀ ਹੈ। ਜੈਸੀ ਮਨੁੱਖ ਕਰਦਾ ਹੈ ਵੈਸੀ ਉਸ ਨੂੰ ਭਰਨੀ ਪੈਂਦੀ ਹੈ। ਸ੍ਰੀ ਪਰਮੇਸ਼ਰ ਹੈ ਸਮਰੱਥ, ਸੰਤਨ ਕੋ ਰਾਖਤ ਦੇ ਹੱਥ। ਉਹ ਸੰਤ ਕਹਿੰਦਾ ਜਿਹੜਾ ਪਰਮੇਸ਼ਰ ਹੈ ਨਾ, ਉਹ ਸਮਰੱਥ ਹੈ। ਐਸਾ ਨਹੀਂ ਹੈ ਪਰਮੇਸ਼ਰ ਦੁਨੀਆ ਤੇ ਹੈ ਹੀ ਨਹੀਂ, ਹੈਗਾ। ਉਹ ਚੇਤਨ ਹੈ, ਹਰ ਘਟ ਘਟ ਵਿੱਚ ਹੈ। ਔਰ ਬਾਣੀ ਕਹਿੰਦੀ ਹੈ ਸਦ ਸੁਣਦਾ ਸਦ ਵੇਖਦਾ। ਬਸ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ। ਕਿਸੇ ਨੂੰ ਕੋਈ ਸ਼ਬਦ ਕਹਿਣ ਤੋਂ ਪਹਿਲਾਂ ਇਹ ਯਾਦ ਰੱਖਣਾ ਚਾਹੀਦਾ ਉਹ ਵੇਖਦਾ ਹੈ, ਬਸ ਉਹ ਸੁਣਦਾ ਹੈ, ਹਮੇਸ਼ਾ ਵੇਖਦਾ ਹੈ। ਕਿ ਸਾਧ ਸੰਗਤ ਕਹਿੰਦੇ ਕਿਸੇ ਰਾਜੇ ਨੇ ਨਾ 2 ਕਬੂਤਰ ਦਿੱਤੇ ਇੱਕ ਮਨੁੱਖ ਨੂੰ। ਕਹਿੰਦੇ ਜਿੱਥੇ ਕੋਈ ਨਾ ਹੋਏ ਨਾ ਉੱਥੇ ਇਹਨਾਂ ਨੂੰ ਮਾਰ ਕੇ ਲਿਆ। 2 ਅੱਡ-ਅੱਡ ਮਨੁੱਖਾਂ ਨੂੰ ਦੇ ਦਿੱਤੇ। ਇੱਕ ਗਿਆ ਥੋੜ੍ਹਿਆਂ ਝਾੜਾਂ ਜਿਹਦੇ ਵਿੱਚ ਗਿਆ ਤੇ ਮਾਰ ਕੇ ਲੈ ਆਇਆ। ਦੂਜਾ ਤੁਰਿਆ, 1 ਦਿਨ ਹੋਇਆ, 2 ਦਿਨ ਹੋਏ, 10 ਦਿਨ ਨਿਕਲ ਗਏ, 20 ਦਿਨ ਨਿਕਲ ਗਏ, ਵਾਪਸ ਆਇਆ। ਕਹਿੰਦਾ ਰਾਜਾ ਕਹਿੰਦਾ ਇੱਕ ਤੇ ਦਿਨ ਇੰਨੇ ਲਾਏ ਤੇ ਇੱਕ ਇਹਨੂੰ ਮਾਰ ਕੇ ਨਹੀਂ ਲਿਆਇਆ। ਕਹਿੰਦੇ ਰਾਜਾ ਐਸੀ ਕੋਈ ਥਾਂ ਹੀ ਦੁਨੀਆ ਤੇ ਹੈ ਨਹੀਂ ਜਿੱਥੇ ਕੋਈ ਨਹੀਂ ਵੇਖਦਾ। ਇੱਕ ਰੱਬ ਹੈ ਜਿਹੜਾ ਹਰ ਥਾਂ ਵੇਖਦਾ, ਹਰ ਥਾਂ ਤੇ ਉਹ ਸੁਣਦਾ। ਇੱਕ ਹੈ ਝਾੜਾਂ ਦੇ ਵਿੱਚ ਲੁਕ ਕੇ, ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ ਲੂਕ ਕਮਾਵੇ ਕਿਸ ਤੇ। ਇਹਨੇ ਲੁਕ ਕੇ ਕਿਹਦੇ ਤੋਂ ਕਮਾਉਣਾ ਹੈ ਤੂੰ? ਉਹ ਤੇ ਤੇਰੇ ਨਾਲ ਹੈ। ਜੇ ਪਰਮਾਤਮਾ ਮਨੁੱਖ ਦੀ ਅਰਦਾਸ ਸੁਣ ਸਕਦਾ ਹੈ ਬਿਨਾਂ ਬੋਲਿਆਂ, ਫਿਰ ਜੋ ਕੁਛ ਉਹ ਮਨ 'ਚ ਬੁਰਾ ਸੋਚਦਾ ਕਿ ਉਹ ਨਹੀਂ ਉਹਨੂੰ ਸੁਣਦਾ, ਉਹ ਵੀ ਸੁਣਦਾ। ਸਾਧ ਸੰਗਤ
ਜੇ ਅਸੀਂ ਉਹਦੇ ਕੋਲ ਬੈਠ ਕੇ ਘਰ ਦੇ ਵਿੱਚ ਕਹਿ ਦਿੰਦੇ ਆ ਪ੍ਰਮਾਤਮਾ ਮੇਰਾ ਭਲਾ ਕਰੀ, ਜਦੋਂ ਮਨੁੱਖ ਕਿਸੇ ਦਾ ਬੁਰਾ ਕਰਦਾ ਕਿ ਉਹ ਨਹੀਂ ਉਹਨੂੰ ਸੁਣ ਰਿਹਾ, ਉਹ ਵੀ ਸੁਣ ਰਿਹਾ, ਉਹ ਦੋਵੇਂ ਚੀਜ਼ਾਂ ਸੁਣਦਾ ਹੈ। ਉਹ ਸੰਤ ਕਹਿੰਦਾ ਹੈ ਪਰਮਾਤਮਾ ਸਮਰੱਥ ਹੈ। ਤੇ ਇਸ ਕਰਕੇ ਜਿਹੜੇ ਇੰਨੀ ਨਿਮਰਤਾ ਵਿੱਚ ਆ ਜਾਂਦੇ ਨੇ, ਇੰਨੀ ਨਿਮਾਣ ਵਿੱਚ ਚਲੇ ਜਾਂਦੇ ਨੇ, ਕੋਈ ਉਹਨਾਂ ਦਾ ਬੁਰਾ ਕਰੇ ਫਿਰ ਵੀ ਉਹਦੇ ਭਲੇ ਵਿੱਚ ਰਹਿੰਦੇ ਨੇ, ਪਰਮਾਤਮਾ ਉਹਨਾਂ ਦੇ ਨਾਲ ਖਲੋ ਜਾਂਦਾ ਹੈ। ਜਿਨ ਕੇ ਐਸੇ ਭਇਓ ਗਿਆਨਾ, ਸੇਵੇਂ ਗੁਰੂ ਭਾਵ ਧਰਨਾ। ਜਿਨ੍ਹਾਂ ਦੇ ਅੰਦਰ ਐਸਾ ਗਿਆਨ ਪੈਦਾ ਹੋ ਜਾਏ ਵੀ ਕੋਈ ਬੁਰਾ ਵੀ ਕਰੇ ਫਰੀਦਾ ਬੁਰੇ ਦਾ ਭਲਾ ਕਰ, ਐਸਾ ਗਿਆਨ। ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਜੇ ਕੋਈ ਬੁਰਾ ਵੀ ਕਰੇ ਨਾ ਉਹਦਾ ਵੀ ਭਲਾ ਕਰ, ਪਰ ਸਾਧ ਸੰਗਤ ਹੈ ਇਹ ਔਖਾ। ਜਦੋਂ ਤਾਈਂ ਅੰਦਰ ਪਰਮੇਸ਼ਰ ਦਾ ਨਾਮ ਨਹੀਂ ਹੈ ਨਾ, ਮਨੁੱਖ ਦੇ ਨਾਲ ਕੋਈ ਬੁਰਾ ਕਰੇ ਨਾ, ਨਾਲ ਹੀ ਮਨੁੱਖ ਉਹਨੂੰ ਮਨ ਨਹੀਂ ਮਨ ਗਾਲਾਂ ਦੇਣੀਆਂ ਸ਼ੁਰੂ ਕਰ ਦਿੰਦਾ ਹੈ ਨਾਲੋਂ ਨਾਲ। ਇੰਨਾ ਧੀਰਜ ਵਿਰਲਿਆਂ ਵਿੱਚ ਹੁੰਦਾ, ਹਰੇਕ ਕਿਸੇ 'ਚ ਨਹੀਂ ਹੁੰਦਾ। ਔਰ ਇਹ ਧੀਰਜ ਉਹਨਾਂ ਵਿੱਚ ਹੁੰਦਾ ਜਿਨ੍ਹਾਂ ਕੋਲ ਪਰਮੇਸ਼ਰ ਦਾ ਨਾਂ ਹੈ, ਜਿਹੜੇ ਵਾਰ-ਵਾਰ ਪਰਮੇਸ਼ਰ ਦਾ ਨਾਂ ਜਪੀ ਜਾਂਦੇ ਨੇ, ਜਪੀ ਜਾਂਦੇ ਨੇ। ਜਪਦਿਆਂ ਜਪਦਿਆਂ ਅੰਦਰ ਧੀਰਜ ਪੈਦਾ ਹੋ ਜਾਂਦਾ, ਸਬਰ ਪੈਦਾ ਹੋ ਜਾਂਦਾ ਹੈ, ਸੰਤੋਖ ਪੈਦਾ ਹੋ ਜਾਂਦਾ ਹੈ। ਜਿਵੇਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਿੱਲੀ ਦੇ ਚਾਂਦਨੀ ਚੌਂਕ 'ਚ ਔਰੰਗਜ਼ੇਬ ਇਹ ਕਹਿੰਦਾ ਹੈ, ਕਹਿੰਦੇ ਤੁਹਾਨੂੰ ਛੱਡ ਦਿੱਤਾ ਜਾਏਗਾ, ਬਸ ਕਰਾਮਾਤ ਵਿਖਾ ਦਿਓ ਜਾਂ ਆਪਣਾ ਧਰਮ ਤਬਦੀਲ ਕਰ ਲਓ। ਔਰ ਮਹਾਰਾਜ ਨੂੰ ਡਰਾਵੇ ਵੀ ਦਿੰਦਾ ਮਹਾਰਾਜ ਸਬਰ 'ਚ, ਕਹਿੰਦੇ ਔਰੰਗਜ਼ੇਬ ਜੇ ਤੂੰ ਚਾਹੁੰਦਾ ਮੇਰਾ ਸੀਸ ਕਲਮ ਹੋ ਜਾਏਗਾ ਤੇ ਦੁਨੀਆ ਦੇ ਵਿੱਚ ਤੇਰਾ ਰਾਜ ਕਾਇਮ ਰਹੇਗਾ, ਨਹੀਂ, ਐਸਾ ਨਹੀਂ ਹੋਣਾ। ਸਬਰ ਰੱਖ। ਜਿਸ ਦਿਨ ਸ਼ਹੀਦ ਦੁਨੀਆ ਤੋਂ ਜਾਂਦੇ ਨੇ, ਕਿਸੇ ਸੰਤ ਦੀ ਦੁਨੀਆ ਤੇ ਮੌਤ ਹੁੰਦੀ ਹੈ, ਉਸ ਦਿਨ ਰੱਬ ਦੇ ਦਰਵਾਜ਼ੇ ਵੀ ਖੜਕ ਜਾਂਦੇ ਨੇ। ਜਿਹਨੂੰ ਬਾਣੀ ਦੇ ਵਿੱਚ ਆਪਾਂ ਆਮ ਪੜ੍ਹਦੇ ਹਾਂ, ਬਾਣੀ ਵਿੱਚ ਨਹੀਂ ਹੈ, ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂ ਹੁਆ। ਤੇ ਅੱਗੇ ਕਹਿੰਦੇ ਨੇ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ। ਹੈ ਸਭ ਜਗ ਪਿਓ, ਜਗਤ ਵਿੱਚ ਹਾਹਾਕਾਰ ਮਚ ਗਈ, ਏਡਾ ਵੱਡਾ ਅਨਰਥ ਜਗਤ ਤੇ ਹੋ ਗਿਆ। ਇੱਕ ਸੰਤ ਨੂੰ ਜਿਹਨੇ ਕੋਈ ਕਸੂਰ ਹੀ ਨਹੀਂ ਕੀਤਾ, ਉਹਦੀ ਅੱਜ ਉਹਦੇ ਸੀਸ ਨੂੰ ਅੱਜ ਕਲਮ ਕੀਤਾ ਗਿਆ ਹੈ। ਫਿਰ ਇਹਦਾ ਫਿਰ ਨਤੀਜਾ ਪਤਾ ਹੀ ਕੀ ਨਿਕਲਦਾ ਹੈ, ਉਹ ਰਾਜ ਹੀ ਖਤਮ ਹੋ ਜਾਂਦੇ। ਅੱਜ ਨਾਂ ਲੈਂਦਾ ਕੋਈ ਉਹਨਾਂ ਦਾ। ਅੱਜ ਏਡਾ ਵੱਡਾ ਗੁਰਦੁਆਰਾ ਸਾਹਿਬ ਬਣਿਆ ਉਹਨਾਂ ਦੀ ਯਾਦ ਵਿੱਚ, ਸਿਰਫ ਜਿਨ੍ਹਾਂ ਕੋਲ ਸਬਰ ਹੈ, ਯਾਦਾਂ ਉਹਨਾਂ ਦੀਆਂ ਮਨਾਈਆਂ ਜਾਂਦੀਆਂ ਨੇ। ਜਿਨ੍ਹਾਂ ਨੇ ਜ਼ਿੰਦਗੀ ਵਿੱਚ ਸੰਤੋਖ ਰੱਖਿਆ ਹੈ, ਗੁਰਦੁਆਰੇ ਉਹਨਾਂ ਦੇ ਮੰਨਦੇ ਨੇ ਲੋਕੀ, ਉਹਨਾਂ ਦੀਆਂ ਥਾਵਾਂ ਤੇ ਮੱਥੇ ਟੇਕਦੇ ਨੇ ਜਿਨ੍ਹਾਂ ਸਬਰ ਰੱਖਿਆ ਜ਼ਿੰਦਗੀ। ਹੈ ਸਭ ਜਗ ਭਿਓ। ਪਰ ਦੂਜੇ ਬੰਨੇ ਕਹਿੰਦੇ ਨੇ ਜੈ 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 ਸੁਰ ਲੋਕ, ਦੇਵਤੇ ਜੈ ਜੈਕਾਰ ਕਰਦੇ ਨੇ। ਕਿਉਂ? ਇੱਡੀ ਅਦੁੱਤੀ ਕੁਰਬਾਨੀ ਸਿਰਫ ਸਬਰ ਸਾਧ ਸੰਗਤ। ਇੱਕ ਸੰਤ ਦੇ ਅੰਦਰ ਸਬਰ ਹੁੰਦਾ ਹੈ, ਸਿਦਕ ਹੁੰਦਾ ਹੈ। ਇਸ ਕਰਕੇ ਮਹਾਰਾਜ ਜੀ ਇੱਥੇ ਕਹਿੰਦੇ ਨੇ, ਕਹਿੰਦੇ ਜਿਨ੍ਹਾਂ ਦੇ ਵਿੱਚ ਐਸਾ ਗਿਆਨ ਪੈਦਾ ਹੋ ਜਾਂਦਾ ਹੈ, ਸਬਰ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਨੇ, ਪਰਮੇਸ਼ਰ ਦੇ ਪ੍ਰੇਮ ਨੂੰ, ਪਰਮੇਸ਼ਰ ਦੀ ਭਗਤੀ ਨੂੰ ਉਹੀ ਦਿਲ ਵਿੱਚ ਧਾਰਨ ਕਰਕੇ ਰੱਖਦੇ ਹਨ। ਕਹੀ ਸੰਤੋਖ ਸਿੰਘ ਇਹ ਕਥਾ, ਜਿਨ੍ਹਾਂ ਸੁਣੀ ਤਿੰਨ ਕਾਲ ਨਾ ਮਥਾ। ਜਿਨ੍ਹਾਂ ਨੇ ਇੱਕ ਸੰਤੋਖ ਸਿੰਘ ਜੀ ਕਹਿੰਦੇ ਨੇ ਇਹ ਮੈਂ ਕਥਾ ਕਹੀ ਹੈ, ਜਿਨ੍ਹਾਂ ਨੇ ਇਹ ਸੁਣ ਲਈ ਹੈ ਉਹਨਾਂ ਦੇ ਕੋਲ ਦੁਬਾਰਾ ਫਿਰ ਕਾਲ ਨੇੜੇ ਨਹੀਂ ਆਉਂਦਾ ਹੈ। ਇੱਕ ਲਾਲੂ ਬੁੱਧਵਾਨ ਨਰ, ਦੂਸਰ ਦੁਰਗਾ ਰਾਮ। ਇੱਕ ਤੇ ਬੁੱਧੀਵਾਨ ਮਨੁੱਖ ਹੈ ਲਾਲੂ, ਤੇ ਦੂਜਾ ਸਿੱਖ ਮਹਾਰਾਜ ਜੀ ਦੇ ਕੋਲ ਦੁਰਗਾ ਚੱਲ ਕੇ ਆਇਆ ਹੈ। ਜੀ ਮੰਦਾ ਮਿਲ ਤੀਸਰੋ, ਚੱਲ ਆਏ ਗੁਰ ਸ਼ਾਮ। ਤੀਜਾ ਸਿੱਖ ਹੈ ਜੀਵੰਦਾ। ਇਹ ਤਿੰਨੇ ਜਣੇ ਇਕੱਠੇ ਹੋ ਕੇ ਮਹਾਰਾਜ ਜੀ ਦੇ ਕੋਲ ਆਏ ਨੇ। ਹੁਣ ਨਾ ਇਹ ਸਿੱਖ ਆ ਰਹੇ ਨੇ ਮਹਾਰਾਜ ਦੇ ਕੋਲ, ਔਰ ਇਹ ਪ੍ਰਸ਼ਨ ਲੈ ਕੇ ਆਉਣਗੇ। ਹੁਣ ਪ੍ਰਸ਼ਨ ਇਹਨਾਂ ਦੇ ਨੇ, ਫਾਇਦਾ ਸਾਨੂੰ ਵੀ ਹੋਣਾ, ਕਿਉਂਕਿ ਇਹਨਾਂ ਨੇ ਅਧਿਆਤਮਿਕ ਪ੍ਰਸ਼ਨ ਪੁੱਛਣੇ ਨੇ। ਜ਼ਿੰਦਗੀ ਕਿਵੇਂ ਬਿਤਾਉਣੀ ਹੈ, ਜ਼ਿੰਦਗੀ ਵਿੱਚ ਸੁਖੀ ਕਿਵੇਂ ਹੋਈਏ। ਇਹ ਹੁਣ ਗੁਰੂ ਮਹਾਰਾਜ ਜੀ ਦੇ ਕੋਲ ਤਿੰਨੇ ਜਣੇ ਆਪਣਾ ਪ੍ਰਸ਼ਨ ਲੈ ਕੇ ਆਏ ਹਨ। ਕਰ ਬੰਧਨ ਕੋ ਲਾਗੇ ਸੇਵਾ, ਇੱਕ
ਇੱਕ ਦਿਨ ਬੈਠ ਨਿਕਟ ਗੁਰ ਦੇਵਾ। ਇਹ ਬੈਠ ਕੇ ਗੁਰੂ ਜੀ ਦੇ ਕੋਲ ਸੇਵਾ ਕਰਨ ਲੱਗ ਪਏ। ਗੁਰੂ ਜੀ ਦੇ ਦੁਆਰੇ ਸੇਵਾ ਕਰਦੇ ਨੇ। ਇੱਕ ਦਿਨ ਮਹਾਰਾਜ ਬੈਠੇ ਹੋਏ ਸਨ, ਇਹ ਵੀ ਨਜ਼ਦੀਕ ਆ ਕੇ ਬੈਠ ਗਏ ਹਨ। ਹਾਥ ਜੋੜ ਅਰਦਾਸ ਬਖਾਨੀ, ਦੇਹੋ ਉਪਦੇਸ਼ ਆਪਨ ਜਨ ਜਾਨੀ। ਮਹਾਰਾਜ ਜੀ ਨੂੰ ਕਹਿਣ ਲੱਗੇ, ਮਹਾਰਾਜ ਅਸੀਂ ਤੁਹਾਡੇ ਕੋਲ ਉਪਦੇਸ਼ ਲੈਣ ਆਏ ਆ, ਕਿਉਂਕਿ ਗੁਰੂ ਦੇ ਕੋਲ ਜਾਇਆ ਹੀ ਤਾਂ ਹੀ ਜਾਂਦਾ ਵੀ ਉਪਦੇਸ਼ ਮਿਲੇ। ਬਾਕੀ ਤੇ ਸਭ ਕੁਝ ਦੁਨੀਆ 'ਚੋਂ ਮਿਲ ਜਾਂਦਾ ਹੈ, ਸੱਚਾ ਉਪਦੇਸ਼ ਕਿਤੋਂ ਨਹੀਂ ਮਿਲਦਾ। ਬਾਕੀ ਚੀਜ਼ਾਂ ਨੇ ਸਾਧ ਸੰਗਤ ਖਰੀਦੀਆਂ ਜਾਂਦੀਆਂ ਨੇ, ਉਪਦੇਸ਼ ਖਰੀਦੇ ਨਹੀਂ ਜਾਂਦੇ। ਮਨੁੱਖ ਕਿਤਾਬਾਂ ਖਰੀਦ ਸਕਦਾ ਹੈ, ਗਿਆਨ ਨਹੀਂ ਖਰੀਦ ਸਕਦਾ। ਕਿਤਾਬਾਂ ਵਿੱਚ ਗਿਆਨ ਹੈ, ਉਹ ਤੇ ਉਹਦਾ ਹੀ ਹੈ ਜਿਹਨੇ ਉਪਦੇਸ਼ ਸੁਣ ਕੇ ਮੰਨ ਲਿਆ। ਇਹ ਕਹਿੰਦੇ ਮਹਾਰਾਜ ਤੁਹਾਡੇ ਦੁਆਰੇ ਆਏ ਆ, ਆਪਣਾ ਸੇਵਕ ਜਾਣ ਕੇ ਸਾਨੂੰ ਕੋਈ ਉਪਦੇਸ਼ ਦਿਓ। ਜਿਸ ਤੇ ਹੋਏ ਉਧਾਰ ਹਮਾਰਾ, ਸ੍ਰੀ ਗੁਰ ਅਮਰ ਸੋ ਬਾਕ ਉਚਾਰਾ। ਮਹਾਰਾਜ ਜੀ ਨੂੰ ਕਹਿੰਦੇ ਨੇ, ਮਹਾਰਾਜ ਜਿਹੜੇ ਵਾਕ ਨਾਲ ਸਾਡਾ ਉਧਾਰ ਹੋ ਜਾਏ, ਸਾਡੀ ਜ਼ਿੰਦਗੀ ਸੁਖਮਈ ਹੋ ਜਾਏ। ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਬੜੀਆਂ ਨੇ, ਪਰੇਸ਼ਾਨੀਆਂ ਬੜੀਆਂ ਨੇ, ਸਭ ਕੁਝ ਹੁੰਦਿਆਂ ਵੀ ਕੰਗਾਲੀ ਵਾਲੀ ਹਾਲਾਤ ਹੈ, ਕੋਈ ਐਸਾ ਉਪਦੇਸ਼ ਦਿਓ। ਇਹ ਗੱਲ ਸੁਣ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ ਹਨ। ਪਰ ਉਪਕਾਰ ਸਮਾਨ ਨ ਔਰ, ਕਰਹਿ ਸਦਾ ਤਿਸ ਗਤ ਸੁਖ ਠੌਰ। ਮਹਾਰਾਜ ਕਹਿੰਦੇ ਨੇ ਭਾਈ, ਪਰਉਪਕਾਰ ਦੇ ਸਮਾਨ ਹੋਰ ਕੋਈ ਸੁੱਖ ਨਹੀਂ ਹੈ। ਜੇ ਜ਼ਿੰਦਗੀ ਵਿੱਚ ਕੁਝ ਕਰਨਾ ਹੈ ਫਿਰ ਪਰਉਪਕਾਰੀ ਬਣੋ। ਜਦੋਂ ਜਦੋਂ ਮਨੁੱਖ ਪਰਉਪਕਾਰੀ ਬਣਦਾ ਹੈ, ਉਦੋਂ ਉਦੋਂ ਹਿਰਦੇ ਦੇ ਅੰਦਰ ਸੁੱਖ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਉਪਕਾਰ ਸੋ ਤੀਨ ਪ੍ਰਕਾਰਾ, ਧਰੋ ਆਪ ਤੁਮ ਲਖ ਉਰ ਸਾਰਾ। ਮਹਾਰਾਜ ਕਹਿੰਦੇ ਉਪਕਾਰ ਵੀ ਫਿਰ 3 ਪ੍ਰਕਾਰ ਦਾ ਹੈ। ਉਹ ਤਿੰਨਾਂ ਵਿੱਚੋਂ ਤੁਸੀਂ ਆਪਣੇ ਆਪ ਨੂੰ ਉਪਕਾਰ ਨੂੰ ਸਮਝੋ, ਸੁਣੋ ਅਤੇ ਆਪਣੇ ਹਿਰਦੇ ਵਿੱਚ ਧਾਰਨ ਕਰੋ। ਚੇਤਕ ਆਪਣੇ ਡਿਗ ਧਨ ਹੈ, ਦੇਹੋ ਰੰਕ ਜੋ ਦੁਖੀਆ ਲਹੈ। ਕਹਿੰਦੇ ਨੇ ਜੇ ਆਪਣੇ ਕੋਲ ਧਨ ਹੈ, ਜੇ ਕੋਈ ਗਰੀਬ ਆਇਆ ਹੈ, ਦੁਖੀਆ ਆਇਆ ਹੈ, ਉਸ ਨੂੰ ਧਨ ਦੇ ਕੇ ਉਹਦਾ ਦੁੱਖ ਮਿਟਾਉਣਾ ਚਾਹੀਦਾ ਹੈ। ਵੇਖੋ ਗਰੀਬ ਅਨਾਥਨ ਜਹਾਂ, ਵਸਤਰ ਆਹਾਰ ਦੀਜਹਿ ਤਹਾਂ। ਵੇਖੋ ਮਹਾਰਾਜ ਇਹ ਕਹਿ ਰਹੇ ਨੇ ਵੀ ਕਿਤੇ ਕੋਈ ਅਨਾਥ ਵੇਖੋ, ਕੋਈ ਗਰੀਬ ਵੇਖੋ, ਉਹਨੂੰ ਵਸਤਰ। ਇਹ ਨਹੀਂ ਕਹਿੰਦੇ ਮੇਰੇ ਕੋਲ ਲੈ ਆਇਓ ਚੁੱਕ ਕੇ ਨਾ, ਕਹਿੰਦੇ ਕਿਤੇ ਵੀ ਦੁਨੀਆ ਵਿੱਚ ਕੋਈ ਗਰੀਬ ਮਿਲੇ ਉਹਨੂੰ ਵਸਤਰ ਦੇ ਦਿਓ, ਕੋਈ ਅਨਾਥ ਮਿਲੇ ਉਹਦੀ ਸੇਵਾ ਕਰ ਦੇਣੀ ਚਾਹੀਦੀ ਹੈ। ਦੇਖੋ ਦੁਖੀ ਦਇਆ ਕੋ ਧਾਰੋ, ਜਥਾ ਸ਼ਕਤ ਤਿਹ ਦੁਖ ਨਿਰਵਾਰੋ। ਜੇ ਕਿਤੇ ਕੋਈ ਦੁਖੀ ਵਿਖੇ ਉਹਦੇ ਤੇ ਦਇਆ ਕਰ ਦਿਓ। ਇਹ ਪਰਉਪਕਾਰੀ ਦਾ ਕੰਮ ਹੈ ਸਾਧ ਸੰਗਤ। ਪਰ ਐਸਾ ਮਨੁੱਖੀ ਜੀਵਨ 'ਚ ਅੱਜ ਐਸੀ ਗੱਲ ਬਣ ਗਈ ਹੈ, ਮਨੁੱਖ ਇੱਕ ਦੂਜੇ ਤੋਂ ਖੋਹਣਾ ਚਾਹੁੰਦਾ ਹੈ, ਦਇਆ ਨਹੀਂ ਹੈ। ਕਿਸੇ ਤੋਂ ਕਿਸੇ ਦੀ ਪੋਸਟ ਖੋਹਣਾ ਚਾਹੁੰਦਾ ਹੈ। ਦਇਆ ਹੌਲੀ ਹੌਲੀ ਮਨੁੱਖੀ ਹਿਰਦਿਆਂ 'ਚੋਂ ਖਤਮ ਹੋ ਰਹੀ ਹੈ ਸਾਧ ਸੰਗਤ। ਇਹ ਜਿਹੜਾ ਖੋਹਣ ਵਾਲਾ ਕੰਮ ਚੱਲਦਾ ਹੈ ਨਾ, ਇਹ ਜੰਗਲ ਵਿੱਚ ਚੱਲਦਾ ਹੁੰਦਾ ਹੈ, ਪਸ਼ੂਆਂ ਵਿੱਚ। ਸ਼ੇਰ ਕਿਸੇ ਨੂੰ ਮਾਰ ਦਿੰਦਾ ਹੈ, ਦੂਜਾ ਕਿਸੇ ਨੂੰ, ਕਾਹਦੇ ਵਾਸਤੇ? ਸਿਰਫ ਰੋਟੀ ਲਈ। ਮਨੁੱਖ ਇੱਕ ਦੂਜੇ ਨੂੰ ਮਾਰ ਰਿਹਾ ਹੈ, ਇੱਕ ਦੂਜੇ ਤੋਂ ਖੋਹ ਰਿਹਾ, ਕਾਹਦੇ ਲਈ? ਸਿਰਫ ਰੋਟੀ ਲਈ, ਹੋਰ ਤੇ ਗੱਲ ਹੀ ਨਹੀਂ। ਔਰ ਐਸਾ ਨਹੀਂ ਹੈ ਰੋਟੀ ਇਹਨੂੰ ਮਿਲੀ ਨਹੀਂ, ਰੋਟੀ ਬਹੁਤ ਹੈ ਮਨੁੱਖ ਕੋਲ, ਪਰ ਜ਼ਿਆਦਾ ਚਾਹੀਦੀ ਹੈ। ਔਰ ਕਾਹਦੇ ਵਾਸਤੇ? ਮੈਂ ਕਈ ਵਾਰੀ ਸੋਚਦਾ ਸਾਧ ਸੰਗਤ, ਇਹ ਸਾਰੀ ਦੁਨੀਆ ਨੂੰ ਨਾ ਇੱਥੋਂ ਚੁੱਕ ਕੇ ਕਿਤੇ ਹੋਰ ਸ਼ਿਫਟ ਕਰ ਦਿੱਤਾ ਜਾਏ, ਸਿਰਫ ਇਕੱਲੇ ਮਨੁੱਖ ਨੂੰ ਛੱਡ ਦਿੱਤਾ ਜਾਏ ਇੱਥੇ। ਕਹਿੰਦੇ ਲੈ ਭਾਈ ਆ ਸਾਰਾ ਕੁਝ ਤੇਰਾ, ਜੋ ਮਰਜ਼ੀ ਲੈ, ਰੋਟੀ ਵੀ ਨਹੀਂ ਖਾਏਗਾ ਇਕੱਲਾ ਜਾਣਾ। ਇਹ ਕਿਉਂ? ਇਹ ਦੁਨੀਆ ਲਿਆਓ, ਉਹਨਾਂ ਨੂੰ ਵਿਖਾ ਕੇ ਤੇ ਮੈਂ ਖਾਣੀ ਹੈ। ਕਹਿਣਗੇ ਰੋਟੀ ਖਾ, ਉਹਨੇ ਕਹਿਣਾ ਬਸ ਰੱਬਾ ਇਕੱਲਾ ਤੇ ਮੈਂ ਹੈਗਾ ਹੀ ਹਾਂ। ਵਸਤਰ ਵੀ ਜਿਹੋ ਜਿਹੇ ਹੋਣਗੇ ਉਹੋ ਜਿਹੀ ਪਾ ਲਏਗਾ, ਰੋਟੀ ਜਿਹੋ ਜਿਹੀ ਮਿਲੇਗੀ ਖਾ ਲਏਗਾ। ਨਾ ਉਹਨੇ ਕੋਈ ਵੱਡਾ ਸਾਰਾ ਘਰ ਬਣਾਉਣਾ, ਮਹਿਲ ਵੀ ਨਹੀਂ ਬਣਾਉਣਾ ਉਹਨੇ। ਕਿਉਂ? ਵਿਖਾਉਣਾ ਕਿਹਨੂੰ ਹੈ? ਉਹਨੇ ਕਹਿਣਾ ਇੱਕ ਕਮਰਾ ਬੜਾ ਹੈ ਮੇਰੇ ਲਈ। ਸਾਰਿਆਂ ਨੂੰ ਸ਼ਿਫਟ ਕਰ ਦੇ ਰੱਬ ਇੱਕ ਵਾਰੀ ਇੱਥੋਂ, ਕੱਲੇ ਕੱਲੇ ਨੂੰ ਲਿਆਏ ਫਿਰ ਦੁਨੀਆ 'ਤੇ। ਮਨੁੱਖ ਦੀਆਂ ਲੋੜਾਂ ਕਿੰਨੀਆਂ, ਕੱਲਾ ਆ ਜਾਏ ਨਾ ਫਿਰ ਤੇ ਇਹਦੀ ਕੋਈ ਵੀ ਲੋੜ ਨਹੀਂ ਹੈ। ਇਹ ਹਜੇ ਕੱਲਾ ਨਹੀਂ ਹੈ, ਆਪਣੇ ਮਨ 'ਚ ਇਹਨੇ ਕੋਈ ਦੁਨੀਆ ਬਣਾ ਲਈ ਹੈ ਬੜੀ ਵੱਡੀ, ਉਹਦੇ ਕਰਕੇ ਦੁਖੀ ਹੈ। ਹੁਣ ਉਹ ਦੁਨੀਆ ਕਰਕੇ ਕਰ ਰਿਹਾ ਜੋ ਕੁਝ। ਜੇ ਆਪਣੇ ਲਈ ਕਰਨਾ ਹੋਏ, ਆਪਣੇ ਲਈ ਤੇ ਜ਼ਰੂਰਤਾਂ ਬੜੀਆਂ ਸੀਮਿਤ ਨੇ, ਇਹਦੇ ਕਰਕੇ ਮਨੁੱਖ ਸੁਖੀ ਹੋ ਸਕਦਾ ਹੈ। ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ
ਸੁੱਖ ਅਨੁਭਵ ਕਰ ਸਕਦਾ ਹੈ। ਬਸ ਇਹਨੂੰ ਦੁਨੀਆ ਦੀ, ਜਿਹੜੇ ਇਹਨੇ ਦੁਨੀਆ ਨੂੰ ਆਪਣੇ ਆਪ 'ਚ ਬੜਾ ਵੱਡਾ ਸਮਝ ਲਿਆ ਨਾ, ਬੜੀ ਅਹਿਮੀਅਤ ਦੇ ਦਿੱਤੀ ਹੈ ਦੁਨੀਆ ਨੂੰ, ਉਹ ਛੱਡਣੀ ਪੈਣੀ ਹੈ। ਇਹਨੂੰ ਅਹਿਮੀਅਤ ਪਰਮਾਤਮਾ ਨੂੰ ਦੇਣੀ ਪੈਣੀ ਹੈ। ਪਰ ਸਾਧ ਸੰਗਤ ਆਪ ਕਦੀ ਇਹ ਸਮਝ ਕੇ ਵੇਖਣਾ, ਕਦੀ ਅੱਖਾਂ ਬੰਦ ਕੇ ਸੋਚਣਾ ਵੀ ਮੈਂ ਇਕੱਲਾ ਹੀ ਹਾਂ ਇੱਥੇ, ਫਿਰ ਵੇਖਿਓ ਸਾਰਾ ਕੁਝ ਆਪਣਾ ਹੀ ਲੱਗਣਾ ਹੈ, ਸਾਰਾ ਕੁਝ ਸੁਖੀ ਲੱਗਣਾ ਹੈ। ਪਰ ਜਦੋਂ ਵੇਖਿਆ ਜਾਂਦਾ ਹੈ, ਅੱਖਾਂ ਖੋਲ੍ਹਦੇ ਆ, ਦੂਜਾ ਸਾਹਮਣੇ ਆਉਂਦਾ ਹੈ, ਉਹਦੇ ਵਸਤਰ ਆਉਂਦੇ ਨੇ, ਉਹਦਾ ਘਰ ਆਉਂਦਾ ਹੈ, ਅੰਦਰ ਦੁੱਖ ਅਨੁਭਵ ਹੁੰਦਾ ਵੀ ਮੈਂ ਕਿਉਂ ਨਹੀਂ ਉੱਥੇ। ਬਸ ਦੁੱਖ ਸਾਰਾ ਇਹ ਹੈ, ਕਿਸੇ ਦੇ ਘਰ ਗਿਆ, ਉਹਨੇ ਰੋਟੀ ਵਧੀਆ ਖਵਾਈ, ਉਹਦੇ ਘਰ ਦੇ ਵਿੱਚ ਕੁਝ ਵੇਖਿਆ, ਉਹ ਕਹਿੰਦਾ ਐਸਾ ਮੇਰੇ ਕੋਲ ਕਿਉਂ ਨਹੀਂ। ਰਾਤ ਨੂੰ ਆ ਕੇ ਨੀਂਦਰ ਖਤਮ ਹੋ ਗਈ, ਸਵੇਰੇ ਲੱਗ ਗਿਆ ਫਿਰ ਉਸ ਕੰਮ ਤੇ। 20 ਸਾਲ ਬੀਤ ਗਏ, 20 ਸਾਲ ਉਹਨੇ ਇੱਕ ਹੀ ਧਿਆਨ ਵਿੱਚ ਗਵਾ ਲਏ। ਕਾਹਦੇ ਧਿਆਨ 'ਚ? ਕਿਸੇ ਦਾ ਘਰ ਵੇਖ ਕੇ, ਉਹਦੇ ਅੰਦਰ ਦੇ ਫਰਨੀਚਰ ਨੂੰ ਵੇਖ ਕੇ ਗਵਾ ਲਏ 20 ਸਾਲ। 10-20 ਸਾਲ ਬਾਅਦ ਜਦੋਂ ਆ ਗਿਆ, ਕਹਿੰਦਾ ਅੱਜ ਸੁਖੀ ਆ, ਇਹਨੇ 'ਚ ਫਿਰ ਕਿਸੇ ਦੇ ਘਰ ਚਲਾ ਗਿਆ, ਉੱਥੇ ਕੁਝ ਹੋਰ ਵੇਖ ਲਿਆ, 20 ਸਾਲ ਫਿਰ ਗਵਾ ਲਏ। ਐਵੇਂ ਕਰਦਿਆਂ 70-80 ਸਾਲ। ਹੁਣ ਇਹ ਮਨ ਵਿੱਚ ਧਿਆਨ ਕਿਹੜਾ ਹੈ? ਗੁਰਦੁਆਰੇ ਵੀ ਆਇਆ ਧਿਆਨ, ਉਹੀ ਉਹ ਲੈਣਾ ਹੈ। ਬਾਣੀ ਕਹਿੰਦੀ ਹੈ ਰੱਬ ਵੱਲ ਧਿਆਨ ਕਰ, ਧਿਆਨ ਤੇ ਕਿਤੇ ਹੋਰ ਜੁੜਿਆ ਹੋਇਆ ਹੈ। ਧਿਆਨ ਦੇ ਨਾਲ ਹੀ ਗਿਆਨ। ਬਾਣੀ ਕਹਿੰਦੀ ਹੈ ਧੁਨ ਮਹਿ ਧਿਆਨ, ਧਿਆਨ ਮੈਂ ਜਾਣਿਆ, ਜਾਣਿਆ ਤੇ ਧਿਆਨ ਨਾਲ ਜਾਣਾ ਹੈ। ਤੇ ਜੇ ਮਨੁੱਖ ਕਹੇ ਮੇਰਾ ਹਜੇ ਰੱਬ ਵੱਲ ਧਿਆਨ ਨਹੀਂ ਲੱਗਦਾ, ਇਹਦਾ ਮਤਲਬ ਇਹ ਹੈ ਧਿਆਨ ਕਿਤੇ ਹੋਰ ਹੈ। ਆਪਣੇ ਆਪ ਨੂੰ ਹਿਸਾਬ ਲੈ। ਗੁਰੂ ਅਰਜਨ ਸਾਹਿਬ ਜੀ ਕੋਲ ਨਾ, ਮਹਾਰਾਜ ਜੀ ਦੇ ਕੋਲ ਸਿੱਖ ਚੱਲ ਕੇ ਆਇਆ, ਕਹਿੰਦੇ ਮਹਾਰਾਜ ਸਿਮਰਨ ਵਿੱਚ ਧਿਆਨ ਨਹੀਂ ਲੱਗਦਾ। ਮਹਾਰਾਜ ਕਹਿੰਦੇ ਨੇ ਤੈਨੂੰ ਪਤਾ ਲੱਗ ਗਿਆ? ਕਹਿੰਦੇ ਮਨ ਬੜਾ ਦੌੜਦਾ ਹੈ। ਮਹਾਰਾਜ ਕਹਿੰਦੇ ਤੈਨੂੰ ਪਤਾ ਲੱਗ ਗਿਆ ਮਨ ਦੌੜਦਾ ਹੈ? ਕਹਿੰਦੇ ਹਾਂਜੀ। ਕਹਿੰਦਾ ਬਸ ਹੁਣ ਤੂੰ ਇਹਦਾ ਉਪਰਾਲਾ ਆਪਣੇ ਆਪ ਹੀ ਕਰ ਲਏਗਾ। ਪਤਾ ਹੀ ਲੱਗਣਾ ਚਾਹੀਦਾ ਹੈ ਵੀ ਇਹ ਦੌੜਦਾ ਹੈ, ਤੇ ਪਤਾ ਹੀ ਨਹੀਂ ਵੀ ਦੌੜਦਾ ਹੈ। ਹਾਈ ਤੇ ਮਨ ਆਪਣੇ ਆਪ ਨੂੰ ਬੜਾ ਪਰਉਪਕਾਰੀ ਬਣਾਈ ਬੈਠਾ ਹੈ। ਜੇ ਦੁਨੀਆ ਦੇ ਵਿੱਚ ਆਏ ਨਾ ਵੀ ਭਗਤੀ ਦੀ ਮੂਰਤ ਕੌਣ ਹੈ, ਮੈਕ ਵਿੱਚ ਬੋਲਿਆ ਜਾਏ, ਮਨੁੱਖ ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਹਿਸਾਬ ਲਾਏਗਾ ਮੇਰੇ ਵਰਗਾ ਤੇ ਨਹੀਂ ਕੋਈ ਭਗਤੀ ਦੀ। ਸੰਤੋਖ ਦੀ ਮੂਰਤ ਕੌਣ ਹੈ? ਜੇ ਕੋਈ ਕਹਿ ਦੇ ਵੀ ਲਾਲਚ ਦੀ ਮੂਰਤ ਕੌਣ ਹੈ, ਆਪਣਾ ਧਿਆਨ ਆਉਣਾ ਹੀ ਨਹੀਂ। ਕਹਿੰਦੇ ਕੋਈ ਕ੍ਰੋਧ ਦੀ ਮੂਰਤ ਕੌਣ ਹੈ, ਨਾਲ ਵਾਲਿਆਂ ਵੱਲ ਧਿਆਨ ਜਾਏਗਾ, ਇਹ ਹੋਏਗਾ ਸ਼ਾਇਦ। ਜਾਂ ਕ੍ਰੋਧ ਦੀ ਮੂਰਤ ਦਾ ਧਿਆਨ ਆਏ, ਆਪਣੇ ਗਵਾਂਢੀ ਵੱਲ ਜਾਏਗਾ, ਉਹ ਬੜਾ ਬੋਲਦਾ ਹੈ। ਜਦੋਂ ਤੇ ਸੰਤੋਖ ਦੀ ਮੂਰਤ ਆਏ ਤੇ ਕਹਿੰਦਾ ਮੈਂ ਆ, ਜਦੋਂ ਲੋਭ ਦੀ ਮੂਰਤ ਆਏ ਉਹ ਫਿਰ ਬਗਾਨਾ ਹੈ। ਗਲਤ ਇਹ ਹੈ, ਮਨੁੱਖ ਨੇ ਆਪਣੇ ਆਪ ਨੂੰ ਤੇ ਬੜਾ ਵੱਡਾ ਘੋਸ਼ਿਤ ਕੀਤਾ ਹੋਇਆ ਆਪਣੇ ਅੰਦਰ। ਜਿਸ ਦਿਨ ਇਹਨੂੰ ਇਹ ਤੋੜੇਗਾ, ਉਸ ਦਿਨ ਕਿਤੇ ਉਪਰਾਲਾ ਬਣੇਗਾ ਇਹਦੇ। ਮਹਾਰਾਜ ਕਹਿੰਦੇ ਤੈਨੂੰ ਇਹ ਪਤਾ ਲੱਗ ਗਿਆ ਨਾ ਵੀ ਇਹ ਦੌੜਦਾ ਹੈ, ਇਹ ਵਕਾਰੀ ਹੈ? ਕਹਿੰਦੇ ਹਾਂ। ਮਹਾਰਾਜ ਕਹਿੰਦੇ ਬਸ ਹੁਣ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ, ਇਹਨੂੰ ਤੂੰ ਸੰਗਲ ਆਪਣੇ ਆਪ ਹੀ ਪਾ ਲਏਗਾ। ਤੇ ਇਹਨੂੰ ਸੰਗਲ ਵੀ ਜੰਜੀਰ ਪੈਣੀ ਹੈ ਸਿਰਫ ਅਭਿਆਸ ਦੀ, ਨਾਮ ਦੇ ਅਭਿਆਸ ਦੀ, ਪ੍ਰਭੂ ਦੀ ਬੰਦਗੀ ਦੀ। ਦੂਜੀ ਇਸ ਨੂੰ ਜੰਜੀਰ ਕੋਈ ਨਹੀਂ ਪੈਣੀ ਹੈ। ਨਿਜ ਬਾਨੀ ਤੇ ਸੁਭ ਬਨ ਆਵੈ, ਬਿਗੜਿਓ ਕਾਰਜ ਪਰ ਸੁਧਰਾਵੈ। ਦੂਜਾ ਮਹਾਰਾਜ ਕਹਿੰਦੇ ਨੇ ਆਪਣੀ ਬਾਣੀ ਠੀਕ ਕਰ। ਪਰਉਪਕਾਰ ਕੀ ਹੈ? ਦੂਜੇ ਨੂੰ ਚੰਗੇ ਬਚਨ ਬੋਲਣੇ। ਕੋਈ ਦੁਖੀ ਹੈ, ਨਹੀਂ ਕੁਝ ਕਰ ਸਕਦੇ, ਉਹਦੇ ਕੋਲ ਬਹਿ ਕੇ ਉਹਦਾ ਦੁੱਖ ਹੀ ਵੰਡਾ ਲਈਏ। ਇਹ ਲੋਕ ਦੁਖੀਆਂ ਨੂੰ ਹੋਰ ਦੁਖੀ ਦੇ ਟੀਕੇ ਲਾਉਂਦੇ ਨੇ। ਅਗਲਾ ਪਹਿਲਾਂ ਹੀ ਦੁਖੀ, ਉਹਨੂੰ ਹੋਰ ਜਾ ਕੇ ਹਾਂ ਤੁਹਾਡੇ ਨਾਲ ਮਾੜਾ ਹੋਇਆ, ਫਲਾਣਾ ਵੀ ਇਵੇਂ ਹੈ। ਜਾ ਕੇ ਉਹਨੂੰ ਇਹ ਤੇ ਨਹੀਂ ਕਹਿਣਾ ਭਾਈ ਕੋਈ ਗੱਲ ਨਹੀਂ, ਤੇਰੇ ਨਾਲ ਆ ਸਾਰੇ, ਤੇਰਾ ਸਾਥ ਦਿਆਂਗੇ, ਪਰਮੇਸ਼ਰ ਦਾ ਭਾਣਾ, ਇਹ ਨਹੀਂ ਕਹਿਣਾ। ਮਹਾਰਾਜ ਕਹਿੰਦੇ ਇਹ ਵੀ ਪਰਉਪਕਾਰ ਹੈ। ਕਿਸੇ ਨੂੰ ਮਿੱਠਾ ਬੋਲਣਾ, ਕਿਸੇ ਨੂੰ ਪਿਆਰ ਦੇ ਨਾਲ ਬੋਲ ਦੇਣਾ ਹੈ। ਕੈ ਵਿਦਿਆ ਹੋਏ ਆਪਣੇ ਪਾਸ, ਅਪਰ ਪਢਾਵਹਿ ਧਰਹਿ ਹੁਲਾਸ। ਇਹ ਵੀ ਪਰਉਪਕਾਰ ਹੈ। ਜੇ ਆਪਣੇ ਕੋਲ ਗਿਆਨ ਹੈ, ਦੂਜੇ ਨੂੰ ਦੇ ਦਿਓ, ਤੇ ਦੇਣ ਲੱਗਿਆ ਪੂਰੇ ਖੁਸ਼ੀ ਨਾਲ ਦੇਵੋ ਵੀ ਇਹਦਾ ਭਲਾ ਹੋਏ। ਜੇ ਕਿਸੇ ਨੂੰ ਕੁਝ ਸੁਣਾ ਰਹੇ ਹਾਂ, ਕਿਸੇ ਨੂੰ ਦੱਸ ਰਹੇ ਹਾਂ, ਖੁਸ਼ੀ ਨਾਲ ਸੁਣਾਈਏ, ਅਗਲੇ ਤਾਈਂ ਉਹ ਗੱਲ ਪਹੁੰਚੇ, ਉਹਦੇ ਕੰਨਾਂ ਤਾਈਂ ਸਮਝ ਲੱਗੀ ਉਹਨੂੰ। ਜੇ ਕਿਤੇ ਹੰਕਾਰ ਵਿੱਚ ਆ ਕੇ ਪੜਾਉਣੀ ਹੈ, ਫਿਰ ਉਹਦੇ ਪੱਲੇ ਕੁਝ ਨਹੀਂ ਪੈਣਾ। ਮਹਾਰਾਜ ਕਹਿੰਦੇ ਖੁਸ਼ੀ ਵਿੱਚ ਆ ਕੇ ਅਗਲੇ ਨੂੰ ਗਿਆਨ ਪੜ੍ਹਾ ਦੇਣਾ ਚਾਹੀਦਾ ਹੈ। ਪੁੰਨ ਮਨ ਤੇ ਸਭ ਕੋ ਭਲ ਚਾਹੈ, ਬੁਰਾ ਕਰਨ ਹਿਤ ਕਬ ਨਾ ਉਮਾਹੈ। ਤੀਜਾ ਪਰਉਪਕਾਰ ਹੈ ਆਪਣੇ ਮਨ ਵਿੱਚ। ਜੇ ਹੁਣ ਬੋਲਾਂ ਨਾਲ ਵੀ ਨਹੀਂ ਨਾ ਕਰ ਸਕਦਾ, ਮਹਾਰਾਜ ਕਹਿੰਦੇ ਮਨ ਨਾਲ ਹੀ ਕਰੀ ਜਾਏ, ਮਨ ਨਾਲ ਹੀ ਕਹੀ ਜਾਏ ਪਰਮਾਤਮਾ ਤੇਰੇ ਭਾਣੇ ਸਰਬੱਤ ਦਾ ਭਲਾ, ਤੇਰੇ ਭਾਣੇ, ਮਨ ਵਿੱਚ ਹੀ ਕਹੀ ਜਾਏ। ਜੇ ਹੱਥਾਂ ਨਾਲ ਨਹੀਂ ਨਾ ਕਰਨ ਦੀ ਹਜੇ ਹਿੰਮਤ, ਮਹਾਰਾਜ ਕਹਿੰਦੇ ਮਨ ਨਾਲ ਹੀ ਸੋਚੀ ਜਾਏ। ਇਹ ਵੀ ਬੜਾ ਵੱਡਾ ਪਰਉਪਕਾਰ ਹੈ।
दास पदारथ अर बच कहे तृतीय किसको बुरा न चहे। ਹੁਣ ਤਿੰਨ ਪ੍ਰਕਾਰ ਦਾ ਪਰਉਪਕਾਰ ਹੈ। ਪਹਿਲਾ ਕੋਲ ਪਦਾਰਥ ਹੋਏ ਕਿਸੇ ਨੂੰ ਦੇ ਦਿਓ, ਦੂਜਾ ਆਪਣੇ ਬਚਨਾਂ ਦੁਆਰਾ ਕਿਸੇ ਨੂੰ ਚੰਗੇ ਬਚਨ ਕਹਿ ਦਿਓ, ਤੀਜਾ ਮਹਾਰਾਜ ਕਹਿੰਦੇ ਨੇ ਜੇ ਬਚਨ ਵੀ ਨਹੀਂ ਕਹਿ ਸਕਦੇ ਮਨ ਦੇ ਨਾਲ ਕਿਸੇ ਦਾ ਭਲਾ ਲੋਚਦੇ ਰਹਿਣਾ ਚਾਹੀਦਾ ਹੈ। इम तीनों ते पर उपकार करहो सदा पर दुख निर्वार। ਇਹ ਤਿੰਨ ਪ੍ਰਕਾਰ ਦੇ ਪਰਉਪਕਾਰ ਨੇ, ਇਹ ਤਿੰਨੇ ਕਰਦੇ ਰਹੋ, ਮਹਾਰਾਜ ਕਹਿੰਦੇ ਸਾਰੇ ਹੀ ਦੁੱਖ ਦੂਰ ਹੋ ਜਾਣਗੇ। ਸਰਬ ਦਾਨ ਤੇ ਇਹ ਵਿਸਾਲਾ ਅੰਨ ਦੇਨ ਕੀਜੈ ਸਭ ਕਾਲਾ। ਮਹਾਰਾਜ ਕਹਿੰਦੇ ਉਸ ਤੋਂ ਵੀ ਵੱਡਾ ਦਾਨ ਇੱਕ ਹੋਰ ਵੀ ਹੈ, ਉਹ ਹੈ ਕਿਸੇ ਨੂੰ ਅੰਨ ਖਵਾ ਦੇਣਾ, ਕਿਸੇ ਨੂੰ ਭੋਜਨ ਛਕਾ ਦੇਣਾ, ਅੰਨ ਦੇ ਦੇਣਾ, ਇਹ ਵੀ ਬਹੁਤ ਵੱਡਾ ਦਾਨ ਹੈ। ਜਿਸ ਤੇ ਪ੍ਰਾਨ ਧਰਤ ਹੈ ਪ੍ਰਾਨੀ ਅਪਰ ਹੋਏ ਕਿਮ ਤਾਹੇ ਸਮਾਨੀ। ਕਿਸੇ ਨੂੰ ਅੰਨ ਖਵਾ ਦੇਣਾ, ਕਿਉਂਕਿ ਸਾਧ ਸੰਗਤ ਅੰਨ ਦੇ ਨਾਲ ਤੇ ਮਨੁੱਖ ਜਿਉਂਦਾ ਹੈ। ਹੁਣ ਜੇ ਕਿਸੇ ਨੂੰ ਅੰਨ ਖਵਾ ਦਈਏ ਇਹ ਤਾਂ ਹੀ ਤੇ ਗੁਰੂ ਘਰ 'ਚ ਮਹਾਰਾਜ ਨੇ ਲੰਗਰ ਚਲਾਇਆ। ਪਹਿਲਾਂ ਲੰਗਰ ਛਕਾਓ, ਅਗਲਾ ਜੇ ਭੁੱਖਾ ਆਇਆ ਹੈ ਉਹਨੂੰ ਕਹੀਏ ਤੂੰ ਬਾਣੀ ਸੁਣ, ਕਹੇਗਾ ਨਹੀਂ ਪਹਿਲਾਂ ਮੈਨੂੰ ਲੰਗਰ ਛਕਾਓ ਫਿਰ ਮੈਂ ਬਾਣੀ ਸੁਣਾਂਗਾ। ਮਹਾਰਾਜ ਕਹਿੰਦੇ ਕਿਸੇ ਨੂੰ ਲੰਗਰ ਛਕਾਉਣਾ, ਮਰ ਰਿਹਾ ਅਗਲਾ ਲੰਗਰ ਦੇ ਨਾਲ ਬਿਨਾਂ ਪ੍ਰਸ਼ਾਦੇ ਤੋਂ ਮਰ ਰਿਹਾ ਹੈ, ਉਹਨੂੰ ਲੰਗਰ ਛਕਾ ਦੇਣਾ, ਇਹ ਬਹੁਤ ਵੱਡਾ ਦਾਨ ਹੈ। ਕਾਚੋ ਪਾਕੋ ਜਯੋ ਕਹਿਓ ਦੀਜੈ ਸ਼ੁੱਧਤ ਦੇਖ ਕਰ ਨਾਹੇ ਨਾ ਕੀਜੈ। ਕੱਚਾ ਪੱਕਾ ਜਿਵੇਂ ਦਾ ਘਰ ਹੋਏ ਉਵੇਂ ਦਾ ਹੀ ਦੇ ਦਿਓ। ਕਿਸੇ ਨੂੰ ਭੁੱਖਾ ਵੇਖ ਕੇ ਉਹਨੂੰ ਨਾ ਕਰੋ, ਜੇ ਨਾ ਕਰੋਗੇ ਇਹ ਬਹੁਤ ਵੱਡਾ ਪਾਪ ਹੈ। ਜਿਸ ਕਿਸ ਸਮੇਂ